ਵਾਹਿਗੁਰੂ ਸਾਹਿਬ ਜੀ। ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਅਗੇ ਅਰਦਾਸ, मैं होर थाओ नाही जिस तह करो बेनंती। मेरा दुख सुख तुध ही पास, मैं होर थाओ नाही जिस तह करो बेनंती। मेरा दुख सुख तुध ही पास। चंदन चांदना सरद रुत मूल न मिटई काम। शीतल थी वै नानका, सारे करो कृपा एक बार। शीतल थी वै नानका, जपंदड़ो हर नाम। शीतल थी वै नानका, जपंदड़ो हर नाम। गुरदाता गुर हिवै घर, गुर दीपक तह लोए। अमर पदार्थ नानका, मन मानै सुख होए। सारे करो कृपा। अमर पदार्थ नानका, मन मानै सुख होए। दीन दुनी दे मालिक, हलत पलत सवार देनहार साहब सच्चे पातशाह श्री गुरु ग्रंथ साहब पातशाह जी के मुकद्दस चरणों अंदर सभायमान गुरु के प्यार वाले हो, जिथे अदल सहित सतगुरां दी मुबारक बाणी पाठ रूप विच गुरु के सवारियां ने श्रवण करवाई है। उपरंत वीर हरप्रीत सिंह होना ने आप जी नूं उस अकाल पुरख वाहिगुरु ने जो एक कारज करने वास्ते सानू हदायत की है, हुक्म किया है, तिस परथाए कुछ बात कर रहे सन। चंद घड़ियां साहिबां दी गोद विच बैठे हाँ। साहिब सच्चे पातशाह जी की विचार नाल जुड़िए। विचार आरंभण तो पहला गुरु बख्शिश दोहराइए, कोई भी रसना फतेह तो वांझी ना रहे। गज के आखो वाहिगुरू जी का खालसा वाहिगुरू जी की फतेह। असी सारे आप भी जानते हाँ और ये गल बाणी च भी महाराज ने बड़ी बार लिखी है। महाराज कहते भगत ते संसारी हमेशा दो तरह के लोग होंदे हैं। सानू सारियां नूं भी पता है, तुसीं भी जानते हो, मैं भी जानदा। भगत किसी होर ढंग नाल चलदा है ते संसारी किसी होर ढंग नाल चलदा है। भगत जे कोई काम संसार विच भी करेगा तो तां भी निरंकार दी विचारधारा नाल करेगा, ते संसारी बंदा जे कोई रब दा काम भी करेगा तां भी वो अपने फायदे नुकसान नूं वेख के करेगा। इसे करके बाबे ने बाणी च बहुत थावां ते शब्द वरते। महाराज कहंदे भगतां ते संसारियां जोड़ कदे ना आया, इन्हां दा मेल नहीं बैठदा आपस विच। ये दो दिशावां च तुरनगे, हमेशा इक्के दिशा च नहीं तुर सकदे।
ਤੇ ਜਿੱਦਣ ਸਾਰਾ ਸੰਸਾਰ ਇੱਕ ਦਿਸ਼ਾ ਵਿੱਚ ਤੁਰਨ ਲੱਗ ਜਾਏਗਾ, ਉਦਣ ਇਸ ਧਰਤੀ ਸਵਰਗ ਹੋਏਗੀ। ਉਦਣ ਇਸ ਦੁਨੀਆ ਤੇ ਇਸ ਸੰਸਾਰ ਵਰਗਾ ਦੁਨੀਆ 'ਚ ਕੋਈ ਥਾਂ ਨਹੀਂ ਹੋਣਾ। ਅਜੇ ਸਾਨੂੰ ਕਿਤੇ ਕਿਤੇ ਇਦਾਂ ਲੱਗਦਾ ਹੈ ਵੀ ਸ਼ਾਇਦ ਇੱਕ ਨਰਕ ਹੈ, ਇੱਕ ਸਵਰਗ ਹੈ। ਆਪਣੇ 'ਚੋਂ ਕਿਸੇ ਨੇ ਵੇਖਿਆ ਨਹੀਂ, ਨਾ ਆਪਾਂ ਨੂੰ ਕਿਸੇ ਨੇ ਆਣ ਕੇ ਦੱਸਿਆ ਹੀ ਹੈ ਵੀ ਮੈਂ ਸਵਰਗ ਵੇਖ ਕੇ ਆਇਆ, ਮੈਂ ਨਰਕ ਵੇਖ ਕੇ ਆਇਆ। ਅਸੀਂ ਇੱਕ ਮਿੱਥ ਹੈ ਔਰ ਉਹ ਮੰਨਦੇ ਆ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਕਹਿੰਦੀ ਹੈ ਜਿੱਦਣ ਸੰਸਾਰ ਇੱਕ ਦਿਸ਼ਾ ਵਿੱਚ ਚੱਲੇਗਾ ਨਾ, ਇੱਕ ਬੰਨੇ ਨੂੰ ਤੁਰੇਗਾ, ਸਾਰੇ ਇੱਕ ਢੰਗ ਨਾਲ ਸੋਚਣ ਲੱਗ ਜਾਣਗੇ, ਉਦਣ ਇਹ ਸੰਸਾਰ ਹੀ ਸਵਰਗ ਹੋਏਗਾ। ਔਰ ਗੁਰੂ ਕੇ ਪਿਆਰਿਓ, ਇਸ ਸੰਸਾਰ ਨੂੰ ਸਵਰਗ ਬਣਾਉਣ ਵਾਸਤੇ ਬਾਕੀਆਂ ਦੀ ਤੇ ਆਪਾਂ ਗੱਲ ਨਹੀਂ ਕਰਦੇ, ਪਰ ਗੁਰੂ ਨਾਨਕ ਸਾਹਿਬ ਜੀ ਦੇ ਘਰ ਨੇ ਬਹੁਤ ਸਫ਼ਰ ਕੀਤਾ, ਬਹੁਤ ਜਫਰ ਜਾਲੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਨੇ, ਬਹੁਤ ਵੱਡੀਆਂ ਮੁਸ਼ਕਲਾਂ ਨਾਲ ਮੱਥਾ ਲਾਇਆ, ਬਹੁਤ ਵੱਡੀਆਂ ਮੁਸੀਬਤਾਂ ਨੂੰ ਗੁਰੂ ਸਾਹਿਬ ਜੀ ਨੇ ਆਪਣੇ ਪਿੰਡੇ ਤੇ ਹੰਢਾਇਆ ਇਸ ਸੰਸਾਰ ਨੂੰ ਖੂਬਸੂਰਤ ਬਣਾਉਣ ਲਈ। ਔਰ ਮਹਾਰਾਜ ਨੇ ਇਹ ਨਹੀਂ ਵੀ ਜ਼ੋਰ ਲਾਇਆ ਤੇ ਬਣਿਆ ਨਹੀਂ ਸੰਸਾਰ ਖੂਬਸੂਰਤ, ਬਹੁਤ ਖੂਬਸੂਰਤ ਸੰਸਾਰ ਬਣ ਗਿਆ। ਇੱਥੇ ਜਾਤ ਪਾਤ ਦਾ ਕੋੜ ਮੁੱਕ ਗਿਆ, ਇੱਥੇ ਗਰੀਬੀ ਅਮੀਰੀ ਦਾ ਪਾੜਾ ਖਤਮ ਹੋ ਗਿਆ, ਇੱਥੇ ਵੱਡੇ ਤੇ ਛੋਟੇ ਦਾ ਗਰਭ ਜੀਵਨ ਵਿੱਚੋਂ ਖਤਮ ਹੋਇਆ, ਮਨੁੱਖ ਮਨੁੱਖ ਦੇ ਕੰਮ ਆਉਣ ਵਾਲੀ ਪਰਸਨੈਲਿਟੀ ਬਣਿਆ। ਇਹੋ ਜਿਹੇ ਹਾਲਾਤ ਮੇਰੇ ਦਾਤਾਰ ਸੱਚੇ ਪਾਤਸ਼ਾਹ ਜੀ ਨੇ ਇਸ ਧਰਤੀ ਤੇ ਸਿਰਜੇ। ਬੰਦਿਆਂ ਨੇ ਆਪਣੇ ਸੁੱਖ ਸਹੂਲਤਾਂ ਸਾਰੀਆਂ ਦੂਜਿਆਂ ਨੂੰ ਸੁੱਖ ਦੇਣ ਲਈ ਕੁਰਬਾਨ ਕਰ ਦਿੱਤੀਆਂ। ਧਿਆਨ ਨਾਲ ਸਮਝਿਓ, ਇਹ ਗੱਲ ਸਮਝ ਵਿੱਚ ਫਿਰ ਆਏਗੀ। ਜਦੋਂ ਅਸੀਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਸ਼ਹਾਦਤ ਦੀ ਗੱਲ ਕਰਦੇ ਆ ਨਾ, ਤੇ ਮੈਨੂੰ ਇੰਜ ਲੱਗਦਾ ਵੀ ਸ਼ਾਇਦ ਅਸੀਂ ਹੌਲੀ ਹੌਲੀ ਸਿਰਫ ਘਟਨਾਵਾਂ ਨੂੰ ਚੇਤੇ ਕਰਨ ਤੇ ਰਹਿ ਗਏ ਹਾਂ। ਘਟਨਾ ਚੇਤੇ ਕਰਦੇ ਆ ਵੀ ਇਹ ਘਟਨਾ ਵਾਪਰੀ ਸੀ, ਉਹ ਘਟਨਾ ਵਾਪਰੀ ਕਿਉਂ, ਉਹਦਾ ਰੀਜ਼ਨ ਕੀ ਹੈ, ਔਰ ਵਾਪਰਨ ਤੋਂ ਬਾਅਦ ਹਾਲਾਤ ਕਿਹੋ ਜਿਹੇ ਹੋਏ, ਔਰ ਵਾਪਰਨ ਤੋਂ ਬਾਅਦ ਅੱਜ ਤੱਕ ਹਾਲਾਤ ਕਿੱਦਾਂ ਦੇ ਹੋਣੇ ਚਾਹੀਦੇ ਸਨ। ਇਹਦੇ ਤੇ ਬਹੁਤਾ ਐਨਾਲਿਸਿਸ ਅਸੀਂ ਕਈ ਵਾਰ ਨਹੀਂ ਕਰਦੇ, ਜਾਂ ਇਹਦੇ ਤੇ ਬਹੁਤ ਅਸੀਂ ਖੋਜ ਬਿਰਤੀ ਨਾਲ ਚੀਜ਼ਾਂ ਨੂੰ ਨਹੀਂ ਵੇਖਦੇ। ਜਦੋਂ ਤੁਸੀਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਝਣਾ ਹੈ ਤੇ ਪਹਿਲਾਂ ਤੁਹਾਨੂੰ ਇਹ ਜਾਣਨਾ ਪੈਣਾ ਹੈ ਵੀ ਇਹੋ ਜਿਹੇ ਮਹਾਨ ਪੁਰਸ਼ ਨੂੰ ਸ਼ਹੀਦ ਕਿਉਂ ਹੋਣਾ ਪਿਆ। ਜਦੋਂ ਤੁਸੀਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਖਸੀਅਤ ਨੂੰ ਪੜ੍ਹੋਗੇ ਨਾ, ਇਹ ਠੀਕ ਹੈ ਮੇਰੇ ਵਰਗਾ ਵਿਦਵਾਨ ਵੀ ਦੱਸ ਸਕਦਾ ਤੁਹਾਨੂੰ, ਕੋਈ ਰਾਈਟਰ ਲਿਖ ਸਕਦਾ ਹੈ, ਕੋਈ ਕਲਮ ਨਾਲ ਚੁੱਕ ਕੇ ਗੁਰੂ ਸਾਹਿਬ ਜੀ ਦੇ ਅਲਫਾਜ਼ ਬਿਆਨ ਕਰ ਸਕਦਾ ਹੈ, ਔਰ ਹਰ ਬੰਦਾ ਆਪਣੀ ਵਿੱਤ ਮੁਤਾਬਕ ਵਧੀਆ ਕਰਦਾ ਹੈ। ਪਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਵਡਿਆਈ ਔਰ ਉਸ ਸ਼ਖਸੀਅਤ ਨੂੰ ਜਦੋਂ ਭੱਟਾਂ ਨੇ ਵੇਖਿਆ ਤੇ ਉਹਨਾਂ ਨੇ ਇੱਕ ਸ਼ਬਦ ਵਰਤਿਆ, ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਗੁਰੂ ਅਰਜਨ ਪ੍ਰਤੱਖ ਹਰ। ਜੇ ਤੁਸੀਂ ਧਰਤੀ ਤੇ ਰੱਬ ਵੇਖਣਾ ਹੈ ਤੇ ਗੁਰੂ ਅਰਜਨ ਸਾਹਿਬ ਜੀ ਨੂੰ ਵੇਖ ਲਓ। ਹੁਣ ਤੁਸੀਂ ਜਿੰਨੇ ਕੁ ਸਰੋਤੇ ਬੈਠੇ ਹੋ ਨਾ, ਗੱਲ ਨੂੰ ਧਿਆਨ ਨਾਲ ਸਮਝਿਓ। ਭੱਟ ਸਾਹਿਬਾਨ ਉਹ ਨੇ ਜਿਨ੍ਹਾਂ ਦਾ ਘਰ ਕਿਸੇ ਸਿੱਖ ਘਰਾਣੇ 'ਚ ਜਨਮ ਨਹੀਂ ਹੋਇਆ। ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਹੋ ਨਾ, ਜਿਹੜੇ ਬਾਣੀ ਪੜ੍ਹਨ ਵਾਲੇ ਨੇ ਉਹਨਾਂ ਨੂੰ ਪਤਾ ਹੈ। ਵੈਸੇ ਸਾਡੇ ਘਰਾਂ 'ਚ ਬਾਣੀ ਪੜ੍ਹਨ ਦਾ ਰਿਵਾਜ ਘਟ ਗਿਆ, ਬਾਣੀ ਪੜ੍ਹਾਉਣ ਦਾ ਰਿਵਾਜ ਜ਼ਿਆਦਾ ਚੱਲ ਪਿਆ। ਅਸੀਂ ਪਾਠ ਕਰਦੇ ਘੱਟ ਆ, ਪਾਠ ਕਰਾਉਂਦੇ ਜ਼ਿਆਦਾ। ਔਰ ਸਾਨੂੰ ਨਾ, ਮੈਨੂੰ ਇੰਜ ਲੱਗਦਾ ਬੰਦਿਆਂ ਨੇ ਬੜੀ ਪਲੈਨਿੰਗ ਨਾਲ, ਬੜੇ ਤਰੀਕੇ ਨਾਲ ਸਾਨੂੰ ਜਿਹੜੀ ਚੀਜ਼ ਗੁਰੂ ਨੇ ਪੜ੍ਹਨ ਨੂੰ ਦਿੱਤੀ ਸੀ ਨਾ, ਉਹਨੂੰ ਪੜ੍ਹਾਉਣ ਲਾ ਲਿਆ ਅਗਲਿਆਂ ਨੇ। ਤੁਸੀਂ ਬਾਣੀ ਪੜ੍ਹੋਗੇ ਨਾ ਧਿਆਨ ਨਾਲ, ਤੇ ਮਹਾਰਾਜ ਨੇ ਕੀ ਕਿਹਾ, ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ। ਅਸੀਂ ਗਾਉਂਦੇ ਨਹੀਂ ਆ, ਅਸੀਂ ਗਵਾਉਂਦੇ ਆ। ਮਹਾਰਾਜ ਨੂੰ ਧਿਆਨ ਨਾਲ ਵੇਖੋ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆਇਓ ਪੜਨ ਸੁਣਨ ਕੋ ਬਾਣੀ। ਬੰਦਿਆ ਤੂੰ ਬਾਣੀ ਪੜਨ ਤੇ ਸੁਣਨ ਲਈ ਆਇਆ, ਪਰ ਅਸੀਂ ਪੜ ਨਹੀਂ ਰਹੇ, ਅਸੀਂ ਸੁਣ ਨਹੀਂ ਰਹੇ, ਅਸੀਂ ਪੜ੍ਹਾ ਰਹੇ ਹਾਂ ਤੇ ਸੁਣਾ ਰਹੇ ਹਾਂ। ਹੁਣ ਇਹ ਬੜੀ ਅਜੀਬ ਗੱਲ ਹੈ, ਜਦੋਂ ਤੁਸੀਂ ਬੇਸਿਕ ਚੀਜ਼ਾਂ ਨਾਲ ਹੀ ਛੇੜਛਾੜ ਕਰ ਦਿਓਗੇ ਨਾ, ਬੇਸਿਕ ਕਨਸੈਪਟ ਹੀ ਤੁਹਾਡੇ ਬਦਲ ਜਾਣਗੇ।
ਜਦੋਂ ਤੋਂ ਵੀ ਸਕੂਲਿੰਗ ਸ਼ੁਰੂ ਹੋਈ ਹੈ, ਜਦੋਂ ਤੋਂ ਵੀ ਸਕੂਲ ਲੱਗਣੇ ਸ਼ੁਰੂ ਹੋਏ ਨੇ, ਜਦੋਂ ਤੋਂ ਵੀ ਕਿਸੇ ਨੇ ਐਜੂਕੇਸ਼ਨ ਬਾਰੇ ਗੱਲ ਸ਼ੁਰੂ ਕੀਤੀ ਹੈ, ਜਦੋਂ ਤੋਂ ਵੀ ਕੋਈ ਪੜ੍ਹਾ ਰਿਹਾ ਉਹਦੇ ਤਰੀਕੇ ਬਦਲਦੇ ਰਹਿੰਦੇ ਨੇ। ਕਿਤੇ ਪਾਠਸ਼ਾਲਾ ਵਿੱਚ ਪੜ੍ਹਿਆ ਜਾਂਦਾ ਸੀ, ਕਿਤੇ ਟਕਸਾਲ ਵਿੱਚ ਪੜ੍ਹਿਆ ਜਾਂਦਾ ਸੀ, ਕਿਤੇ ਵਿਦਿਆਲੇ ਸਨ, ਹੌਲੀ ਹੌਲੀ ਸਕੂਲ ਹੋ ਗਏ। ਇਹ ਚੀਜ਼ਾਂ ਬਦਲਦੀਆਂ ਰਹਿੰਦੀਆਂ ਨੇ, ਪਰ ਪੜ੍ਹਾਈ ਦਾ ਇੱਕ ਅਸੂਲ ਹੈ। ਪੜ੍ਹਾਈ ਉਹਨੂੰ ਆਉਂਦੀ ਹੈ ਜਿਹੜਾ ਆਪ ਪੜ੍ਹਦਾ ਹੈ। ਕੋਈ ਬੰਦਾ ਰੱਜ ਕੇ ਅਮੀਰ ਹੋਵੇ, ਕੋਈ ਬੰਦਾ ਰੱਜ ਕੇ ਤਾਕਤਵਰ ਹੋਵੇ, ਕੋਈ ਬੰਦਾ ਰੱਜ ਕੇ ਇੰਟੈਲੀਜੈਂਟ ਹੋਵੇ, ਕੋਈ ਬੰਦਾ ਰੱਜ ਕੇ ਸੋਹਣਾ ਹੋਵੇ, ਪਰ ਉਹ ਆਪਣੀ ਪੜ੍ਹਾਈ ਕਿਸੇ ਦੂਜੇ ਕੋਲੋਂ ਕਰਾ ਨਹੀਂ ਸਕਦਾ। ਜੇ ਕਰਾ ਸਕਦਾ ਹੈ ਤਾਂ ਤੁਸੀਂ ਮੈਨੂੰ ਜ਼ਰੂਰ ਦੱਸ ਦਿਓ ਵੀ ਭਾਈ ਸਾਹਿਬ ਜੀ ਹੋ ਸਕਦੀ ਹੈ। ਜਿਹੜੀ ਪੜ੍ਹਾਈ ਹੈ ਨਾ, ਉਹਦਾ ਸੰਬੰਧ ਹੀ ਆਪਣੇ ਨਾਲ ਹੈ। ਮੈਂ ਤੁਹਾਡੀ ਪੜ੍ਹਾਈ ਨਹੀਂ ਪੜ੍ਹ ਸਕਦਾ, ਤੁਸੀਂ ਮੇਰੀ ਪੜ੍ਹਾਈ ਨਹੀਂ ਪੜ੍ਹ ਸਕਦੇ। ਕਿੱਡੀ ਅਜੀਬ ਗੱਲ ਹੈ। ਗੁਰੂ ਨਾਨਕ ਦੇ ਘਰ ਦੀ ਪੜ੍ਹਾਈ ਸਾਰੀ ਪੜ੍ਹ ਹੀ ਦੂਜੇ ਰਹੇ ਨੇ। ਸਿੱਖ ਨੇ ਤੇ ਪੜ੍ਹਨਾ ਹੀ ਛੱਡਤਾ। ਸਿੱਖ ਤਾਂ ਗੌਰ ਹੀ ਨਹੀਂ ਕਰਦਾ ਇਸ ਬੰਨੇ। ਪਰ ਮਾਫ ਕਰਿਓ ਮੈਨੂੰ, ਜਦੋਂ ਗੱਲ ਪੜ੍ਹਾਉਣ ਤੇ ਆ ਗਈ ਨਾ, ਤੇ ਗੁੱਸਾ ਨਾ ਕੋਈ ਮੇਰਾ ਵੀਰ ਭੈਣ ਕਰੇ। ਬੰਦਿਆਂ ਨੇ ਇਸ ਤਰ੍ਹਾਂ ਦੀਆਂ ਦੁਕਾਨਾਂ ਖੋਲ ਲਈਆਂ ਵੀ ਸਾਡੇ ਕੋਲ ਆਓ, ਅਸੀਂ ਤੁਹਾਨੂੰ ਪੜ੍ਹੀ ਪੜ੍ਹਾਈ ਬਾਣੀ ਵੀ ਦੇ ਦਿਆਂਗੇ। ਕਿੱਡੀ ਅਜੀਬ ਗੱਲ ਹੈ। ਉਹ ਕਹਿੰਦੇ ਨੇ ਅਸੀਂ ਪੜ੍ਹ ਕੇ ਬਾਣੀ ਰੱਖੀ ਹੈ, ਤੁਸੀਂ ਆਪਣਾ ਨਾਮ ਨੋਟ ਕਰਾਓ, ਭੇਟਾ ਜਮਾ ਕਰਾਓ, ਤੇ ਪੜ੍ਹੀ ਪੜ੍ਹਾਈ ਵੀ ਦੇ ਦਿਆਂਗੇ ਤੁਹਾਨੂੰ। ਸਿੱਖੋ, ਸ਼ਾਇਦ ਅੱਜ ਇਹ ਗੱਲ ਤੁਹਾਨੂੰ ਸਮਝ ਲੱਗ ਨਹੀਂ ਰਹੀ, ਪਰ ਇੱਕ ਗੱਲ ਯਾਦ ਰੱਖਿਓ, ਜੇ ਇਹ ਸਿਲਸਿਲਾ ਇਦਾਂ ਹੀ ਚੱਲਦਾ ਰਿਹਾ ਤੇ ਇੱਕ ਦਿਨ ਤੁਹਾਡੇ ਘਰਾਂ ਦੇ ਵਿੱਚ ਬਾਣੀ ਪੜ੍ਹਨ ਵਾਲਾ ਕੋਈ ਹੋਣਾ ਨਹੀਂ। ਵੈਸੇ ਤਾਂ ਅੱਜ ਵੀ ਕੋਈ ਬਹੁਤੀ ਗੱਲ ਨਹੀਂ ਹੈ। ਪੁਰਾਣੇ ਸਮਿਆਂ 'ਚ ਨਾ, ਪੁਰਾਣੇ ਸਮੇਂ ਜਿਹੜੇ ਬਜ਼ੁਰਗ ਬੈਠੇ ਨੇ ਤੁਹਾਡੇ 'ਚੋਂ, ਜਿਹੜਾ ਤੁਹਾਡਾ ਵੇਲਾ ਸੀ ਨਾ, ਉਸ ਵੇਲੇ ਕਿਸੇ ਨੂੰ ਵੀ ਕਹਿ ਦਿੰਦੇ ਸੀ ਵੀ ਗੁਰਦੁਆਰੇ ਸੋਦਰ ਦਾ ਪਾਠ ਕਰ, ਤੇ ਕੋਈ ਵੀ ਕਰ ਦਿੰਦਾ ਸੀ ਪਿੰਡ ਵਿੱਚ। ਅੱਜ ਵੀ ਪੁਰਾਣੇ ਬਜ਼ੁਰਗ ਕਿਸੇ ਨੂੰ ਕਹਿ ਦਿਓ ਕਿ ਸੋਦਰ ਕਰਨੀ ਹੈ, ਜਪਜੀ ਸਾਹਿਬ ਕਰਨਾ ਹੈ, ਕਰ ਦੇਗਾ। ਪਰ ਤੁਸੀਂ ਦੱਸੋ, ਜਿਹੜੀ ਨਿਊ ਜਨਰੇਸ਼ਨ ਹੈ ਸਾਡੀ, ਜਿਹੜੀ ਆਉਣ ਵਾਲੀ ਤੁਹਾਡੀ ਪੀੜ੍ਹੀ ਹੈ, ਉਹਦੇ ਸਾਹਮਣੇ ਮਾਈਕ ਰੱਖ ਦਿਓ, ਉਹਨੂੰ ਕਹੋ ਜਪਜੀ ਸਾਹਿਬ ਦਾ ਪਾਠ ਕਰ ਦੇਣਗੇ ਭਲਾ? ਸਵਾਲ ਹੀ ਪੈਦਾ ਨਹੀਂ ਹੁੰਦਾ, ਕਿਉਂਕਿ ਇਹਨੂੰ ਅਸੀਂ ਜ਼ਰੂਰੀ ਨਹੀਂ ਸਮਝਿਆ, ਇਹ ਲੋੜ ਹੀ ਨਹੀਂ ਸਮਝੀ ਅਸੀਂ। ਸਾਨੂੰ ਧਿਆਨ, ਔਰ ਇੱਕ ਗੱਲ ਹੋਰ ਧਿਆਨ ਨਾਲ ਸਮਝ ਲਿਓ, ਬਾਣੀ ਪੜ੍ਹਨਾ ਕਿਉਂ ਜ਼ਰੂਰੀ ਹੈ। ਇਹ ਗੱਲ ਮੇਰੇ ਤੇ ਯਕੀਨ ਨਹੀਂ ਕਰਨਾ। ਗੁਰੂ ਸਾਹਿਬ ਜੀ ਨੇ ਬਾਣੀ 'ਚ ਲਿਖਿਆ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨ ਮਨ ਤੇ ਟਾਰੀ ਰੇ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਆਪਣੇ ਇੱਕ ਮੁਬਾਰਕ ਸ਼ਬਦ ਵਿੱਚ ਕਹਿੰਦੇ ਨੇ, ਇਹ ਮੈਨੂੰ ਬਹੁਤ ਪਿਆਰੀ ਹੈ, ਹਮਾਰੀ ਪਿਆਰੀ। ਹੁਣ ਗੱਲ ਇਹ ਸੀ, ਜੇ ਆਪਾਂ ਸਾਰੇ ਪੜ੍ਹਦੇ ਫਿਰ ਸਾਡੇ ਸਾਹਮਣੇ ਸ਼ਬਦ ਆਉਂਦਾ ਤੇ ਸਾਨੂੰ ਇੰਜ ਲੱਗਦਾ ਵੀ ਗੁਰੂ ਸਾਹਿਬ ਕਹਿੰਦੇ ਨੇ ਹਮਾਰੀ ਪਿਆਰੀ, ਇਹ ਬਾਣੀ ਬੜੀ ਪਿਆਰੀ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰ ਨਿਮਖ ਨ ਮਨ ਤੇ ਟਾਰੀ ਰੇ। ਜਿਹੜੇ ਬਾਣੀ ਪੜ੍ਹਨ ਵਾਲੇ ਨੂੰ ਉਹਨਾਂ ਨੂੰ ਪਤਾ ਗੁਰ ਦੇ ਰਾਰੇ ਨੂੰ ਸਿਹਾਰੀ ਹੈ, ਤੇ ਬਾਣੀ 'ਚ ਜਦੋਂ ਸਿਹਾਰੀ ਔਂਕੜ ਲੱਗੇ ਹੁੰਦੇ ਨੇ ਤਾਂ ਉਹ ਕਈ ਵਾਰ ਬੋਲੇ ਨਹੀਂ ਜਾਂਦੇ, ਪਰ ਉਹਨਾਂ ਦੇ ਮੀਨਿੰਗ ਬੜੇ ਕਮਾਲ ਦੇ ਹੁੰਦੇ ਨੇ। ਗੁਰ ਨਿਮਖ ਨ ਮਨ ਤੇ ਟਾਰੀ ਰੇ। ਗੁਰੂ ਨੇ, ਨਿਮਖ ਕਹਿੰਦੇ ਨੇ ਅੱਖ ਝਮਕਣ ਦੇ ਸਮੇਂ ਨੂੰ, ਬਾਬੇ ਨੇ ਆਪਣੀ ਜ਼ਿੰਦਗੀ 'ਚ ਬਹੁਤ ਕੁਝ ਛੱਡਿਆ, ਪਰ ਬਾਣੀ ਦਾ ਪੱਲਾ ਕਦੇ ਨਹੀਂ ਛੱਡਿਆ। ਸਿੱਖ ਨੇ ਬਹੁਤ ਕੁਝ ਗ੍ਰਹਿਣ ਕਰ ਲਿਆ, ਪਰ ਬਾਣੀ ਗ੍ਰਹਿਣ ਨਹੀਂ ਕੀਤੀ। ਤੁਸੀਂ ਵੇਖੋ, ਜੇ ਤੁਸੀਂ ਬਾਹਰੀ ਤੌਰ ਤੇ ਗੱਲ ਕਰੋ, ਆਪਣੇ ਨਗਰ ਦੀ ਗੱਲ, ਜੇ ਤੁਸੀਂ ਆਪਣੇ ਸਾਲੋਂ ਪਿੰਡ ਦੀ ਗੱਲ ਹੀ ਕਰਨੀ ਹੋਵੇ, ਤੇ ਅੱਜ ਤੋਂ 50 ਸਾਲ ਪਹਿਲਾਂ ਸ਼ਾਇਦ ਇਸ ਨਗਰ ਦੇ ਲੋਕ ਇੰਨੇ ਅਮੀਰ ਨਹੀਂ ਸਨ ਜਿੰਨੇ ਅਮੀਰ ਅੱਜ ਨੇ। ਅੱਜ ਤੋਂ 50 ਸਾਲ ਪਹਿਲਾਂ ਇੰਨੇ ਅਮੀਰ ਨਹੀਂ ਸਨ। ਮਿਹਨਤ ਕਰਕੇ ਬਾਹਰੀ ਚੀਜ਼ਾਂ ਇਕੱਠੀਆਂ ਕਰ ਲਈਆਂ ਨਾ, ਸ਼ਾਇਦ ਅੱਜ ਤੋਂ 50 ਸਾਲ ਪਹਿਲਾਂ ਹਰ ਘਰ ਵਿੱਚ ਸ਼ਹਿਰ ਜਾਣ ਲਈ ਸਾਧਨ ਨਾ ਹੋਵੇ, ਪਰ ਅੱਜ ਹਰ ਘਰ ਵਿੱਚ 2 ਸਾਧਨ ਨੇ। ਕਰ ਲੈਣਾ ਅਸੀਂ, ਲੋੜ ਲੱਗੀ ਸਾਨੂੰ ਵੀ ਸਾਧਨ ਚਾਹੀਦੇ ਨੇ, ਪਰ ਜਿਹੜੇ ਸਾਧਨ ਨੇ ਤੁਹਾਨੂੰ ਮਨੁੱਖ ਬਣਾਉਣਾ ਹੈ, ਜਿਹੜੇ ਸਾਧਨ ਨੇ ਤੁਹਾਡੇ ਅੰਦਰ ਵਿਅਕਤੀਗਤ ਪੈਦਾ ਕਰਨਾ ਹੈ, ਜਿਹਨੇ ਤੁਹਾਨੂੰ ਇਨਸਾਨ ਬਣਾਉਣਾ ਹੈ, ਜਿਹਨੇ ਇੱਕ ਦੂਜੇ ਦੀ ਪੀੜ 'ਚ ਸ਼ਾਮਲ ਕਰਨਾ ਹੈ, ਉਹ ਸਾਧਨ ਕਿਉਂ ਨਹੀਂ ਸਾਡੇ ਘਰ ਵਿੱਚ? ਪੰਜਾਬ ਇਸ ਤਰ੍ਹਾਂ ਦਾ ਨਹੀਂ ਸੀ।
ਤੁਸੀਂ ਵੇਖਦੇ ਹੋ ਨਾ ਅੱਜ ਬੰਦੇ ਗੁੱਸੇ ਨਾਲ, ਨਫ਼ਰਤ ਨਾਲ, ਸਾੜਾ ਇੰਨਾ ਭਰਿਆ ਪਿਆ, ਬੰਦੇ ਬਾਹਰੋਂ ਸੌਖੇ ਨੇ ਤੇ ਅੰਦਰੋਂ, ਉੱਚੀ ਬੋਲ ਕੇ ਦੱਸੋ, ਅੰਦਰੋਂ ਔਖੇ ਨੇ ਬੰਦੇ। ਤੇ ਪਹਿਲਾਂ ਬਾਹਰੋਂ ਔਖੇ ਹੁੰਦੇ ਸੀ ਪਰ ਅੰਦਰੋਂ ਬੜੇ ਸੌਖੇ ਜੇ, ਬੜੇ ਸੌਖੇ। ਸਿੰਪਲ ਜਿਹਾ ਪ੍ਰਸ਼ਾਦਾ ਛਕਣ ਵਾਲੇ, ਬਾਲਿਆਂ ਵਾਲੇ ਘਰ 'ਚ ਰਹਿਣ ਵਾਲੇ ਬੰਦੇ ਵੀ ਕਿਸੇ ਦੇ ਕੰਮ ਆ ਜਾਂਦੇ ਸੀ। ਤੇ ਕੰਮ ਆ ਕੇ ਨਾ ਅਸੀਂ, ਸਾਡਾ ਸੁਭਾਅ ਸੀ ਇਦਾਂ ਦਾ, ਪੰਜਾਬ ਦੇ ਕਲਚਰ 'ਚ ਇਹ ਗੱਲ ਸਾਨੂੰ ਗੁਰੂ ਸਾਹਿਬ ਜੀ ਨੇ ਘੜਿਆ ਇਦਾਂ ਆ। ਸਾਡੇ ਲਈ ਗੁਰੂ ਸਾਹਿਬ ਜੀ ਨੇ ਪਰਉਪਕਾਰ ਇੰਨੇ ਕੀਤੇ ਨੇ, ਸਾਨੂੰ ਓਨਾ ਸਕੂਨ ਆਪਣਾ ਕੰਮ ਕਰਕੇ ਨਹੀਂ ਸੀ ਆਉਂਦਾ ਜਿੰਨਾ ਕਿਸੇ ਦੂਜੇ ਦਾ ਕਰਕੇ ਆਉਂਦਾ ਸੀ। ਅਸੀਂ ਸਾਂ ਕਦੀ ਇਦਾਂ ਦੇ, ਪਰ ਅੱਜ ਬੰਦੇ ਨੂੰ ਓਨਾ ਸਕੂਨ ਆਪਣਾ ਕੰਮ ਕਰਕੇ ਨਹੀਂ ਆਉਂਦਾ ਜਿੰਨਾ ਸਕੂਨ ਦੂਜੇ ਦਾ ਵਿਗਾੜ ਕੇ ਆਉਂਦਾ ਹੈ। ਜੇ ਮੈਂ ਗਲਤ ਹੋਵਾਂ ਤਾਂ ਤੁਸੀਂ ਕਹਿ ਸਕਦੇ ਹੋ ਵੀ ਭਾਈ ਸਾਹਿਬ ਇਦਾਂ ਨਹੀਂ ਹੈ। ਅਸੀਂ ਦਿਨ ਰਾਤ ਪਲੈਨਿੰਗਾਂ ਦੂਜੇ ਦੇ ਕੰਮ ਵਿਗਾੜਨ ਦੀਆਂ ਕਰਦੇ ਹਾਂ, ਸਵਾਰਨ ਦੀਆਂ ਨਹੀਂ ਕਰਦੇ, ਔਰ ਬਹੁਤ ਹੇਠਲੇ ਲੈਵਲ ਤੇ ਕਰਦੇ ਆ, ਹੇਠਲੇ ਲੈਵਲ ਤੇ। ਅਸੀਂ ਇਹ ਨਹੀਂ ਵੀ ਨਾਰਮਲ ਵੀ ਠੀਕ ਹੈ ਕਿਸੇ ਦਾ ਮਾੜਾ ਮੋਟਾ ਬੁਰਾ, ਐਵੇਂ ਥੋੜੀ। ਬਾਬੇ ਨੇ ਬਾਣੀ 'ਚ ਲਿਖਿਆ, ਜਿਸ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ ਪੂਰੀ ਦੁਨੀਆ 'ਚ, ਬਾਬੇ ਦੇ ਕਿੱਡੇ ਪਿਆਰੇ ਬੋਲ ਨੇ। ਮਹਾਰਾਜ ਕਹਿੰਦੇ, ਪਰ ਕਾ ਬੁਰਾ ਨਾ ਰੱਖੋ ਚੀਤ। ਕਿਸੇ ਦਾ ਬੁਰਾ ਚਿੱਤ ਵਿੱਚ ਆਉਣ ਹੀ ਕਿਉਂ ਦਿੰਦਾ ਹੈ ਤੂੰ? ਹੁਣ ਇਹ ਬਾਣੀ ਪੜਾਂਗੇ ਤਾਂ ਸਮਝ ਲੱਗੇਗੀ ਨਾ। ਆਪਾਂ ਗੱਲ ਸ਼ੁਰੂ ਇੱਥੋਂ ਕੀਤੀ ਸੀ ਵੀ ਆਪਾਂ ਬਾਣੀ ਪੜਨ ਦੀ ਜਗ੍ਹਾ ਤੇ ਪੜਾਉਣ ਲੱਗ ਪਏ ਆ, ਤੇ ਅਸੀਂ ਆਰੰਭ ਕਰਾ ਕੇ ਚਲੇ ਜਾਂਦੇ ਆ, ਮੱਧ ਵੇਲੇ ਆ ਜਾਂਦੇ ਆ, ਫਿਰ ਭੋਗ ਵੇਲੇ ਆ ਜਾਂਦੇ ਆ। ਕਦੋਂ ਪੜਿਆ ਗਿਆ ਪਰ ਕਾ ਬੁਰਾ ਨਾ ਰੱਖੋ ਚੀਤ? ਸਾਨੂੰ ਕੀ ਪਤਾ ਕਦੋਂ ਪੜਿਆ ਗਿਆ? ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਕਦੋਂ ਪੜਿਆ ਗਿਆ? ਨਾ ਕੋ ਦੁਸ਼ਮਣ ਦੋਖੀਆ ਨਾ ਹੀ ਕੋ ਮੰਦਾ। ਅਸੀਂ ਤਾਂ ਸੁਣਿਆ ਹੀ ਨਹੀਂ, ਧਿਆਨ ਹੀ ਨਹੀਂ ਦਿੱਤਾ। ਜਿਹੜੀਆਂ ਚੀਜ਼ਾਂ ਸੁਣੀਆਂ ਹੀ ਨਹੀਂ ਗਈਆਂ ਉਹ ਇੰਪਲੀਮੈਂਟ ਕਿੱਦਣ ਹੋਣਗੀਆਂ, ਅਪਲਾਈ ਕਿੱਦਣ ਹੋਣਗੀਆਂ, ਲਾਗੂ ਕਿੱਦਣ ਹੋਣਗੀਆਂ? ਅਜੇ ਤਾਂ ਸੁਣੀਆਂ ਵੀ ਨਹੀਂ ਗਈਆਂ ਧਿਆਨ ਨਾਲ ਇਹ ਚੀਜ਼ਾਂ। ਸੋ ਗੁਰੂ ਕੇ ਪਿਆਰਿਓ, ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੂੰ ਸ਼ਹਾਦਤ ਦੇ ਰਾਹ ਤੁਰਨਾ ਕਿਉਂ ਪਿਆ? ਕਿਉਂਕਿ ਬਾਬੇ ਨੇ ਇਸ ਕੀਮਤੀ ਖਜ਼ਾਨੇ ਦਾ ਪ੍ਰਕਾਸ਼ 1604 ਵਿੱਚ ਅੰਮ੍ਰਿਤਸਰ ਦੀ ਧਰਤੀ ਤੇ ਕਰਤਾ, ਜਿਹਦੇ 'ਚ ਇਹ ਲਿਖਿਆ ਸੀ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਤੇ ਇਸ ਭਾਰਤ ਦੀ ਧਰਤੀ ਤੇ ਧਰਮ ਤੇ ਹਕੂਮਤ ਇਦਾਂ ਨਹੀਂ ਸੀ ਚੱਲਦੀ ਵੀ ਸਾਰੇ ਆਪਣੇ ਨੇ। ਇੱਥੇ ਧਰਮ ਵੀ ਚੱਲਦਾ ਸੀ, ਸਾਡਾ ਵੱਡਾ ਹੈ ਤੁਹਾਡਾ ਮਾੜਾ ਹੈ, ਸਾਡਾ ਚੰਗਾ ਹੈ ਤੁਹਾਡਾ ਨਖਿੱਧ ਹੈ, ਅਸੀਂ ਮਹਾਨ ਆ ਤੁਸੀਂ ਗਿਰੇ ਹੋਏ ਲੋਕ ਹੋ। ਧਰਮ ਵੀ ਐ ਚੱਲਦਾ ਸੀ ਤੇ ਰਾਜ ਵੀ ਐ ਚੱਲਦਾ ਸੀ ਵੀ ਸਾਡਾ ਰਾਜ ਹੈ, ਅਸੀਂ ਕਿਸੇ ਨੂੰ ਸਾਹ ਲੈਣ ਦਈਏ ਚਾਹੇ ਨਾ ਲੈਣ ਦਈਏ। ਤੇ ਮੇਰੇ ਦਾਤੇ ਨੇ ਕਿਹਾ, ਇੰਜ ਤਾਂ ਨਹੀਂ ਹੋ ਸਕਦਾ। ਫਿਰ ਜੇ ਤੇ ਇਸ ਥਿਊਰੀ ਤੇ ਚੱਲਣਾ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਫਿਰ ਤਾਂ ਠੀਕ ਹੈ। ਪਰ ਜੇ ਤੁਸੀਂ ਇਹ ਕਹੋ ਵੀ ਸਾਡੇ ਕੋਲ ਰਾਜ ਹੈ, ਅਸੀਂ ਤਗੜੇ ਆ, ਅਸੀਂ ਤਾਕਤ ਵਾਲੇ ਆ, ਫਿਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕਹਿੰਦੇ, ਤੇਰੀ ਤਾਕਤ ਆਪਣੇ ਥਾਂ ਤੇ ਹੋਏਗੀ, ਪਰ ਇਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਪੰਜਵੀਂ ਜੋਤ ਤੇਰੀ ਤਾਕਤ ਦੇ ਸਾਹਮਣੇ ਕੰਧ ਬਣ ਕੇ ਟਕਰਾਏਗੀ। ਆਹ ਹੈ ਦੋਸ਼ ਮੇਰੇ ਗੁਰੂ ਅਰਜਨ ਸਾਹਿਬ ਜੀ ਦਾ। ਗੁਨਾਹ ਕੀ ਹੈ? ਕਿਉਂਕਿ ਸਜ਼ਾ ਗੁਨਾਹ ਦੀ ਮਿਲਦੀ ਹੈ ਨਾ, ਤਾਂ ਅਸੀਂ ਕਦੀ ਗੁਨਾਹ ਕਿਉਂ ਨਹੀਂ ਲੱਭਿਆ? ਕੀ ਗੁਨਾਹ ਸੀ ਗੁਰੂ ਅਰਜਨ ਸਾਹਿਬ ਜੀ ਦਾ? ਭਲਾ ਗੁਨਾਹ ਇਹ ਸੀ, ਮੇਰਾ ਦਾਤਾ ਸੰਸਾਰ ਨੂੰ ਇੱਕ ਕਰਨਾ ਚਾਹੁੰਦਾ ਸੀ। ਮੇਰਾ ਦਾਤਾ ਸਰਬੱਤ ਦੇ ਭਲੇ ਦੀ ਗੱਲ ਕਰਦਾ। ਮੇਰੇ ਦਾਤੇ ਨੇ ਕਿਹਾ, ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌ ਵਰਨਾ ਕੋ ਸਾਂਝਾ। ਪਰ ਇੱਥੇ ਇਹ ਉਪਦੇਸ਼ ਦ੍ਰਿੜ ਕਰਾਇਆ ਜਾ ਰਿਹਾ ਸੀ ਵੀ ਖੱਤਰੀ ਲੜਲੀ ਹੁੰਦਾ ਹੈ, ਬ੍ਰਾਹਮਣ ਬਹੁਤ ਵੱਡੀ ਜਾਤ ਵਾਲਾ ਹੁੰਦਾ ਹੈ, ਤੇ ਜਿਹੜਾ ਸ਼ੂਦਰ ਹੈ ਉਹ ਲੋਕਾਂ ਦੀ ਝੂਠ ਖਾਣ ਲਈ, ਲੋਕਾਂ ਦੇ ਪੈਰਾਂ 'ਚ ਬਹਿਣ ਲਈ ਹੁੰਦਾ ਹੈ, ਤੇ ਵੈਸ਼ ਲੋਕਾਂ ਦੇ ਕੰਮ ਕਰਨ ਲਈ ਹੁੰਦਾ ਹੈ। ਮੇਰੇ ਬਾਬੇ ਦੀ ਬਾਣੀ ਨੇ ਕਿਹਾ, ਸਾਰੇ ਇੱਕੋ ਜਿਹੇ ਹੁੰਦੇ ਨੇ। ਇਹ ਗੁਨਾਹ ਸੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ। ਗੁਰੂ ਕੇ ਪਿਆਰਿਓ, ਕਿੰਨੀਆਂ ਸ਼ਹਾਦਤਾਂ ਗੁਰੂ ਅਰਜਨ ਸਾਹਿਬ ਜੀ ਦੀਆਂ ਮਨਾਈਆਂ। ਔਰ ਕਦੀ ਇਹ ਪੰਜਾਬ, ਜਿਸ ਪੰਜਾਬ ਤੁਸੀਂ ਰਹਿੰਦੇ ਹੋ ਨਾ, ਇਸ ਪੰਜਾਬ ਦੇ ਵਿੱਚ 2 ਨਗਰ ਵਸਾਏ ਸਨ ਗੁਰੂ ਸਾਹਿਬ ਜੀ ਨੇ ਆਪਣੇ ਹੱਥਾਂ ਨਾਲ। ਪਹਿਲਾ ਨਗਰ ਬਾਬੇ ਨੇ ਵਸਾਇਆ ਕਰਤਾਰਪੁਰ, ਉਹ ਵੱਡੇ ਪੰਜਾਬ ਦੀ ਮੈਂ ਗੱਲ ਕਰਦਾ, ਉਹ ਇਸ ਪੰਜਾਬ ਵਿੱਚ। ਦੂਜਾ ਨਗਰ ਵਸਾਇਆ ਗੁਰੂ ਅੰਗਦ ਸਾਹਿਬ ਜੀ ਨੇ ਖਡੂਰ ਸਾਹਿਬ।
ਤੇ ਇਹਨਾਂ ਦੋਵਾਂ ਨਗਰਾਂ ਦੇ ਵਿੱਚ ਤੁਸੀਂ ਜਦੋਂ ਬਾਣੀ 'ਚ ਪੜੋਗੇ ਨਾ ਧਿਆਨ ਨਾਲ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਰਤਾਰਪੁਰ ਨਗਰ ਵਸਾਇਆ ਤੇ ਇੰਜ ਲੱਗਦਾ ਸੀ ਜਿਵੇਂ ਕਰਤਾ ਕਰਤਾਰਪੁਰ ਰਹਿੰਦਾ ਹੋਵੇ, ਤੇ ਜਦੋਂ ਖਡੂਰ ਸਾਹਿਬ ਨਗਰ ਵਸਾਇਆ ਤੇ ਇੰਜ ਲੱਗਦਾ ਸੀ ਜਿਵੇਂ ਰੱਬ ਇਸ ਧਰਤੀ ਤੇ ਉਤਰ ਕੇ ਆਇਆ ਹੋਵੇ। ਇਹ ਜੋਤ ਚੱਲ ਰਹੀ ਹੈ। ਇੱਕ ਨਗਰ ਵਸਾਇਆ, ਦੂਜਾ ਨਗਰ ਵਸਾਇਆ, ਤੀਜਾ ਨਗਰ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵਸਾਇਆ ਗੋਇੰਦਵਾਲ, ਚੌਥਾ ਨਗਰ ਵਸਾਇਆ ਇਸ ਧਰਤੀ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ, ਜਿਹਨੂੰ ਅਸੀਂ ਇਸ ਵੇਲੇ ਅੰਮ੍ਰਿਤਸਰ ਸ਼ਹਿਰ ਕਹਿੰਦੇ ਆ। ਪੰਜਵਾਂ ਨਗਰ ਵਸਾਇਆ ਤਰਨ ਤਾਰਨ। ਇਹ ਨਗਰ ਕਿਉਂ ਵਸਾਏ ਗਏ? ਔਰ ਤੁਸੀਂ ਜਦੋਂ ਪੂਰੀ ਡਿਟੇਲ 'ਚ ਜਾਣਾ ਹੈ ਨਾ, ਸਾਨੂੰ ਕਈ ਵਾਰ ਕੀ ਹੁੰਦਾ ਹੈ, ਅਸੀਂ ਸਿਰਫ ਤੇ ਸਿਰਫ ਇੰਨਾ ਪਤਾ ਹੁੰਦਾ ਵੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜਹਾਂਗੀਰ ਨਾਲ ਟਕਰਾਏ, ਉਹਨੇ ਤੱਤੀ ਤਵੀ ਤੇ ਬਿਠਾ ਦਿੱਤਾ। ਰੀਜ਼ਨਾਂ ਨੂੰ ਲੱਭਿਆ ਕਰੋ ਕਦੇ ਧਿਆਨ ਨਾਲ। ਜੇ ਤੁਸੀਂ ਆਉਣ ਵਾਲੀ ਪੀੜ੍ਹੀ ਨੂੰ ਕੁਝ ਦੇਣਾ ਹੈ, ਜੇ ਤੁਸੀਂ ਆਉਣ ਵਾਲੇ ਬੱਚਿਆਂ ਨੂੰ ਕੁਝ ਦੱਸਣਾ ਹੈ, ਤੁਸੀਂ ਆਉਣ ਵਾਲੇ ਸੰਸਾਰ ਔਰ ਪੀੜ੍ਹੀ ਨੂੰ ਹੀ ਨਹੀਂ, ਬੱਚਿਆਂ ਨੂੰ ਹੀ ਨਹੀਂ, ਗੁਰੂ ਕੇ ਪਿਆਰਿਓ ਯਾਦ ਰੱਖਿਓ, ਇੱਕ ਗੱਲ ਚੇਤੇ 'ਚ ਰੱਖਿਓ। ਇੰਜ ਕਹਿ ਲਓ, ਤੁਸੀਂ ਜਿਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹੋ ਨਾ, ਇਹ ਪੂਰੀ ਸੰਸਾਰ ਪੱਧਰ ਦਾ ਖਜ਼ਾਨਾ ਆਪਣੀ ਝੋਲੀ 'ਚ ਤੁਸੀਂ ਕਲਗੀਆਂ ਵਾਲੇ ਤੋਂ ਪਵਾਇਆ। ਪੂਰੇ ਸੰਸਾਰ ਪੱਧਰ ਨੂੰ ਸ਼ਾਂਤੀ, ਮਿਠਾਸ, ਮੁਹੱਬਤ, ਇੱਕ ਦੂਜੇ ਨੂੰ ਅੱਗੇ ਵਧਣ ਦੀ ਪ੍ਰੇਰਨਾ ਦੇਣ ਵਾਲਾ ਗ੍ਰੰਥ ਤੁਸੀਂ ਆਪਣੇ ਬਾਪੂ ਤੋਂ 1708 ਵਿੱਚ ਝੋਲੀ 'ਚ ਪਵਾਇਆ, ਪਰ ਤੁਸੀਂ ਅਜੇ ਸ਼ਾਂਤੀ ਤੇ ਪੰਜਾਬ 'ਚ ਹੀ ਨਹੀਂ ਲਿਆ ਸਕੇ। ਨੌਜਵਾਨਾਂ 'ਚ ਜ਼ਹਿਰ ਕਿੱਥੋਂ ਆਇਆ? ਆ ਪਿਛਲੇ ਦਿਨਾਂ ਦੀ ਘਟਨਾ ਤੁਸੀਂ ਸਾਰੇ ਵੇਖ ਰਹੇ ਹੋ ਨਾ, ਇੱਕ ਸਿੰਗਰ ਨੂੰ ਸ਼ਰੇਆਮ, ਮੇਰਾ ਮਸਲਾ ਕਿਸੇ ਵਿਅਕਤੀ ਨਾਲ ਨਹੀਂ, ਇਹਨਾਂ ਸਿੰਗਰਾਂ ਨੇ ਵੀ ਘੱਟ ਨਹੀਂ ਕੀਤੀ ਵੈਸੇ, ਜਿੰਨੇ ਕੁਰਾਏ ਸਾਡੀ ਜਵਾਨੀ ਨੂੰ ਇਹਨਾਂ ਗਾਉਣ ਵਾਲਿਆਂ ਨੇ ਪਾਇਆ, ਇਹ ਵੀ ਇੱਕ ਆਪਣੇ ਆਪ 'ਚ ਇਤਿਹਾਸ ਹੈ। ਪਰ ਇਹ ਪੰਜਾਬ ਕਿੱਦਾਂ ਦਾ ਹੋ ਗਿਆ? ਮੈਂ ਸਿਰਫ ਗੱਲ ਇੰਨੀ ਕਹਿਣੀ ਚਾਹੁੰਦਾ ਤੁਹਾਡੇ ਨਾਲ, ਇਹਨਾਂ ਸਿੰਗਰਾਂ ਦਾ ਪੰਜਾਬ ਨੂੰ ਵਿਗਾੜਨ ਵਿੱਚ ਇੱਕ ਆਪਣਾ ਯੋਗਦਾਨ ਹੈ, ਇਹਨਾਂ ਦੀ ਆਪਣੀ ਇੱਕ ਕੰਟਰੀਬਿਊਸ਼ਨ ਹੈ ਇਹਦੇ ਵਿੱਚ। ਇਹ ਜੇ ਸਾਡੇ ਨੌਜਵਾਨਾਂ ਦੇ ਹੱਥਾਂ 'ਚ ਨਸ਼ੇ ਤੇ ਹਥਿਆਰ ਆਏ ਨੇ ਨਾ, ਉਹਦਾ ਰੀਜਨ ਇਹ ਬੰਦੇ ਨੇ। ਇਹਨਾਂ ਬੰਦਿਆਂ ਨੇ ਕਦੀ ਇਕੱਠੇ ਹੋ ਕੇ ਬਹਿਣ ਦੀ ਗੱਲ ਨਹੀਂ ਕੀਤੀ, ਕਦੀ ਇੱਕ ਦੂਜੇ ਦੇ ਭਲੇ ਦੀ ਗੱਲ ਨਹੀਂ ਕੀਤੀ। ਪਰ ਫਿਰ ਵੀ ਮੈਂ ਜਿਹੜੀ ਗੱਲ ਕਰਦਾ, ਮਾਂ ਦਾ ਪੁੱਤ ਤੁਰ ਜਾਣਾ, ਉਸ ਮਾਂ ਨੂੰ ਪੁੱਛਿਆ ਹੀ ਜਾਣਦਾ। ਮਾਂ ਦੀਆਂ ਪੀੜਾਂ, ਮਾਂ ਦੀ ਤਕਲੀਫ ਆਪਣੇ ਥਾਂ ਤੇ ਹੈ, ਪਿਤਾ ਦੀ ਤਕਲੀਫ ਆਪਣੇ ਥਾਂ ਤੇ ਹੈ। ਪਰ ਮੈਂ ਕਹਿੰਦਾ ਵੀ ਇੰਨਾ ਸੰਸਾਰ ਕਿੱਦਾਂ ਤੰਗ ਦਿਲ ਹੋ ਗਿਆ। ਕਿਸੇ ਦੇ ਵਿਚਾਰਾਂ ਨਾਲ ਸਹਿਮਤ ਹੋਣਾ ਨਾ ਸਹਿਮਤ ਹੋਣਾ ਇਹ ਅਲੱਗ ਗੱਲ ਹੈ। ਅੱਛਾ, ਫਿਰ ਤੁਸੀਂ ਵੇਖੋ, ਕੋਈ ਦੂਜਾ ਬੰਦਾ ਨਹੀਂ ਬਾਹਰੋਂ, ਇੱਥੇ ਹੀ ਸਾਡੇ ਬੱਚੇ, ਸਾਡੇ ਹੀ ਨੌਜਵਾਨ, ਸਾਡੇ ਹੀ ਬੱਚਿਆਂ ਨੂੰ ਕਿਹੜੇ ਰਾਹਾਂ ਤੇ ਪਾ ਲਿਆ। ਔਰ ਇੱਕ ਨਹੀਂ, ਸਾਡਾ ਦਿਮਾਗ ਖਰਾਬ ਕਰਤਾ ਗਲਤ ਸਿੰਗਿੰਗ ਦੇ ਰਾਹੀਂ। ਜਿਹੜੇ ਬੱਚਿਆਂ ਨੇ ਕਾਲਜਾਂ ਯੂਨੀਵਰਸਿਟੀਆਂ ਵਿੱਚ ਪੜ੍ਹਨ ਜਾਣਾ ਸੀ ਨਾ, ਉਹਨਾਂ ਨੂੰ ਕਿਸੇ ਹੋਰ ਹੀ ਰਾਹ ਤੇ ਤੋਰ ਲਿਆ ਇਹਨਾਂ ਬੰਦਿਆਂ ਨੇ। ਉਹਨਾਂ ਨੂੰ ਟੌਰ ਵਿਖਾਇਆ, ਉਹਨਾਂ ਨੂੰ ਗਾਣਿਆਂ 'ਚ ਵੱਡੇ ਵੱਡੇ ਸਬਜ਼ ਬਾਗ ਵਿਖਾਏ, ਉਹਨਾਂ ਨੂੰ ਇੱਕ ਪਿਕਚਰ ਬਣਾ ਕੇ ਉਹਨਾਂ ਦੇ ਸਾਹਮਣੇ ਰੱਖਤੀ, ਉਹਨਾਂ ਪਿਕਚਰਾਂ ਨੂੰ ਉਹਨਾਂ ਨੇ ਦਿਮਾਗ ਵਿੱਚ ਬਿਠਾ ਲਿਆ। ਉਸ ਤਰ੍ਹਾਂ ਦੀ ਜ਼ਿੰਦਗੀ, ਉਹ ਲਾਈਫ ਸਟਾਈਲ ਵਾਸਤੇ ਬੰਦੇ ਕਿਸ ਪੱਧਰ ਤੱਕ ਜਾਂਦੇ ਨੇ। ਫਿਰ ਕਿਸੇ ਦਾ ਕੋਈ ਨੁਕਸਾਨ ਹੁੰਦਾ ਹੈ ਤੇ ਕਿਸੇ ਦਾ ਕੋਈ ਭਲਾ ਹੁੰਦਾ, ਇਹਦੇ ਨਾਲ ਕੀ ਫਰਕ ਪੈਂਦਾ? ਪਰ ਮੈਂ ਇਹ ਬੇਨਤੀ ਕਰਨੀ ਚਾਹੁੰਦਾ, ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ 500 ਸਾਲ ਸ਼ਹਾਦਤ ਤੋਂ ਬਾਅਦ ਵੀ ਜੇ ਮੇਰੀ ਕੌਮ ਨੇ ਅਜੇ ਇੱਥੇ ਹੀ ਖਲੋਣਾ ਹੈ, ਤੇ ਇਹਦਾ ਮਤਲਬ ਹੈ ਅਸੀਂ ਸਬਕ ਕੀ ਲਿਆ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਤੋਂ, ਪ੍ਰੇਰਨਾ ਕੀ ਲਈ ਹੈ। ਅਸੀਂ ਆਉਣ ਵਾਲੀ, ਮੈਂ ਇੱਕ ਵਾਰ ਬੇਨਤੀ ਕੀਤੀ ਸੀ, ਇਹ ਤਾਂ ਵੱਡੀਆਂ ਗੱਲਾਂ ਨੇ, ਬਾਣੀ ਦੀ ਵਿਆਖਿਆ, ਸ਼ਬਦਾਂ ਦੇ ਅਰਥ। ਤੁਸੀਂ ਜੇ ਕੱਲਾ ਪੰਗਤ 'ਚ ਬਹਿਣ ਵਾਲਾ ਸਿਧਾਂਤ ਹੀ ਗੁਰੂ ਦਾ ਸਮਝ ਲਓ ਨਾ ਧਿਆਨ ਨਾਲ, ਕੱਲੀ ਪੰਗਤ 'ਚ ਬਹਿਣ ਵਾਲਾ ਸਿਧਾਂਤ, ਕੋਈ ਬਹੁਤੀ ਫਿਲਾਸਫੀ ਦੀ ਲੋੜ ਨਹੀਂ। ਮੇਰੇ ਦਾਤੇ ਨੇ ਪੰਗਤ 'ਚ ਬਿਠਾ ਕੇ ਸਾਨੂੰ ਇਹ ਅਹਿਸਾਸ ਕਰਾ ਦਿੱਤਾ ਸੀ ਵੀ ਇੱਥੇ ਕੋਈ ਵੱਡਾ ਤੇ ਛੋਟਾ ਨਹੀਂ ਹੈ, ਸਾਰੇ ਇੱਕੋ ਜਿਹੇ ਨੇ। ਕੀ ਕਰ ਲਿਆ ਪੰਜਾਬ ਦੇ ਲੋਕਾਂ ਨੇ ਅਹਿਸਾਸ? ਅਸੀਂ ਤਾਂ ਨਹੀਂ ਕੀਤਾ ਅਹਿਸਾਸ। ਅਸੀਂ ਤੇ ਗੁਰਦੁਆਰੇ ਪ੍ਰਸ਼ਾਦਾ ਭਾਵੇਂ 3 ਵਾਰ ਛਕ ਜੀਏ ਆਣ ਕੇ, ਫਿਰ ਵੱਡਾ ਵੱਡਾ ਹੀ ਰਹਿੰਦਾ, ਛੋਟਾ ਛੋਟਾ ਹੀ ਰਹਿੰਦਾ, ਅਮੀਰ ਅਮੀਰ ਹੀ ਰਹਿੰਦਾ, ਗਰੀਬ ਗਰੀਬ ਹੀ ਰਹਿੰਦਾ, ਵੱਡੀ ਜਾਤ ਵਾਲਾ ਵੱਡੀ ਜਾਤ ਵਾਲਾ ਰਹਿੰਦਾ, ਨਿੱਕੀ ਜਾਤ ਵਾਲਾ ਨਿੱਕੀ ਜਾਤ ਵਾਲਾ ਰਹਿੰਦਾ। ਕਿੱਥੇ ਫਰਕ ਪੈਂਦਾ ਹੈ? ਸਾਨੂੰ ਤੇ ਇੰਜ ਲੱਗਦਾ ਲੰਗਰ ਦਾ ਮਤਲਬ ਸ਼ਾਇਦ ਪੇਟ ਭਰਨਾ ਹੈ। ਸਾਨੂੰ ਇਹੀ ਲੱਗਦਾ ਹੈ ਨਾ ਵੀ ਲੰਗਰ ਦਾ ਮਤਲਬ ਸ਼ਾਇਦ ਪੇਟ ਭਰਨਾ। ਨਹੀਂ ਨਹੀਂ, ਲੰਗਰ ਦਾ ਮਤਲਬ ਹੈ ਤੁਸੀਂ ਸਾਰੇ ਇੱਕੋ ਜਿਹੇ ਹੋ, ਇੱਥੇ ਵੱਡਾ ਛੋਟਾ ਨਹੀਂ ਹੈ ਕੋਈ।
और इसे करके तुसी वेखो प्रशादा छकण लग्या बंदा जदों पंगत च बहिंदा है ना, और तुसी वेखो प्रशादा छकण लग्या वो जिथे बाहरी तौर पर चेंज होया हुंदा ना, उत्थे अंदरूनी तौर पर भी कितना चेंज होया हुंदा। उत्थे हालांकि ये नहीं भी वो बहुत कोई ब्रह्म ज्ञानी बन जाता एकदम वो बड़ियां चेंज आ जांदियां ने, पर तुसी कदी वेखो तुसी लंगर च बह के प्रशादा छकदे हो, तुहाडे लागे आण के कोई प्रशादा छकण बह जाए, तुसी कदी कहा भी थोड़ा जिहा परे हो के बह? कदी नहीं कहा। तुसी सवाल ही पैदा, तुसी ये नहीं पुछया भी तेरी किहड़ी जात है, तू इत्थे क्यों बह गया? तुसी वरताउण वाले नूं नहीं कहा भी इहनूं मेरे नाल दा सब्जी पा के ना जाई, ना वरताउण वाले ने पुछया, ना लागे बहण वाले ने पुछया। पर जदों ओही प्रशादा तुसी घर पकाउने हो जाके जां अपने घर विच बहिने हो, उदों क्यों दिमाग च आ जांदा भी कोई नीवां भी हो सकदा है ते कोई उच्चा भी हो सकदा है। असी कई बार घर, माफ करियो मैनूं, असी पंगत दे विच 7वें बंदे नाल 8वें बंदे नाल जिन्हों नहीं जानते, जिहदा नाम ही नहीं पता, उहदे नाल भी प्रशादा बह छक के और उठन लगे कहने आ भाई मैनूं थाल दे दे अपना, मैं तेरा थाल ले जाना। पर घर ऐ क्यों नहीं करते आपां? घर तां साडी समस्या ही है, घर साडियां प्रॉब्लम ही इदां दियां ने। कोई किसी लागे बह के प्रशादा छकण लई राजी नहीं, कोई किसी नाल गल करन लई राजी नहीं। असी इन्ने तंग दिल हो गए हाँ। इहदा मतलब यह है कि तुसी सारे संसार दे विच साइंस ने तुहानू पैसे कमाउण वाली मशीन बनाया ते तुसी बन गए हो, ते तुहानू ये लगदा है शायद बैंक विच बैलेंस वध होएगा ते सुकून आ जाएगा। बाबे नानक दी बाणी पढ़न वाले हो, जे बैलेंसां नाल, बैंक बैलेंस नाल सुकून आउंदा ते औरंगजेब ने साहिबजादे नीहां च नहीं चढ़ने सन। जे जे दौलत नाल सुकून आउंदा ते जहांगीर ने गुरु अर्जन साहब पातशाह नूं तत्ती तवी ते नहीं बिठाउणा सी, क्योंकि दौलत दा की मुकाबला है, वो ते पातशाह, ओहदा ते राज चलदा, ओहदा हुक्म चलदा। सोने दे थाल ने ओहदे घर, ते गुरु अर्जन साहब पातशाह जी ते आम इंसानां वांगू जिंदगी जी रहे ने। कोई बादशाहत वाली गल थोड़ी गुरु साहब जी कर रहे ने, आम बंदियां वांग जिंदगी जी रहे ने। पर जहांगीर नूं यह चुभदा है। चुभदा क्यों है? क्योंकि गुरु नानक साहब जी का घर कहंदा है खत्री ब्राह्मण शूद वैश उपदेश चौं वर्ना को सांझा। ते सांझियां चीज़ां सानूं प्रवान नहीं हैं। सांझे परिवार तुसीं दसो जे रह गए ने ते बच्चे का आनंद करो, वो पहला कहंदे आण के सैपरेट रहना, जे विआह कराउणा ते सैपरेट रहना पैना। ये किहड़ी पढ़ाई है? जिदन तेरे बच्चों ने वड्डे होके कहा ना भी मां नालों सैपरेट रहना, बेबे पता फिर लगना है, पर उदों वेला लंघ चुका होना। उदों तो कोई फर्क नहीं ना पैंदा, उदों अकल आ भी जाए, बड़े बंदियां नूं आ जाती है बाद च, पर उदों वक्त बीत चुका हुंदा, उदों समा लंघ चुका हुंदा। ते जेड़ा सैपरेट है ना, जेड़ा सैपरेट रहना है, अंग्रेजी का शब्द है, ये पढ़िया लिखिया ने लिया है। जेडे अनपढ़ सन ना, जिन्होंने घट पढ़ाई आती सी, वो तो 10-10 जियां वाले घर में रहिंदे सन, 15-15 जियां वाले घर में रहिंदे सन। तुहाडे च बजुर्ग मातावां बैठियां ने, बुजुर्ग बैठे ने, तुसी शायद वो वेले वेखे होने ने, शाम के 3 बजे प्रशादा लाउण लगदे सी, फिर सारे टब्बर की रोटी लाती सी। हुण ते मां दियां 2 रोटियां ही लाउणियां ने ना, किड्डी क वड्डी गल है। बापू दे 2 प्रशादे, वैसे भी जिन्नियां बीमारियां ने खा ले, एक ते प्रशादा छकदा है बापू, वो भी नहीं लथदा साडे तो। ते गल्लां असीं करदे आ नानक नाम चढ़दी कला, तेरे भाणे सरबत दा भला। वाह किड्डियां वड्डियां गल्लां करदा है, तैनूं पता की है गुरु नानक दे घर दा? ते साडे नाल ये गल्लां गुरु नानक दी गोद विच बह के समाद होए क्यों नहीं? क्योंकि असीं पाठ पढ़न दी बजाए असी पाठ पढ़ाउण लग पे। मेरी इको ही बेनती है, अपने घरां च बह के कदी कदी पाठ करिया करो, सारा टब्बर। छड़ दिओ जहर, नवा मोबाइल चुकी फिरदे हो तुसीं, ये वड्डी मुसीबत है साडे घर विच। इन्ने रल के नहीं बहन दिता। कौन बहिंदा है किते? वक्त कित्थे है? असी बच्चियां च, मैं एक बार कहा सी 3 साल के बच्चे नूं रोटी खवानी होवे ना, तो मां मोबाइल दे के खवाउंदी है। 3 साल का जवाक ही माता दे आखे रोटी नहीं खांदा। जा किधर नूं रिहा समाज? कदी अंदाजा ला के वेखे?
सो ये गल्लां नूं बड़े गौर नाल बड़ी बड़ी बरीकी नाल इन्हां चीज़ां नूं समझना पैना है। जिन्हों तुसी मॉडर्न कहने हो ना, मॉडर्न जिहड़ी मॉडर्निटी दा भूत साडे सिर ते सवार होया है, ये मॉडर्निटी अज आई है तुहाडे कोल। जिहड़े विदेशां वाले इस मॉडर्निटी दी कंगालता सहार रहे ने ना, पुछ के वेखिओ उन्हां नूं कदे। सानूं ते गल्लां ही नहीं समझ लगदियां। साडा ये कंसैप्ट जिहड़ा सरबत दे भले दा है, साडा जिहड़ा सरबत जिहड़ा बाबे ने एक शब्द दिता बाणी दे अंदर किड्डा प्यारा, ये चंगा क्यों नहीं लगता? बाबे ने एक शब्द वरत्या बाणी दे अंदर, सत संगत कैसी जाड़ियां। महाराज सत संगत किनू कहिंदे ने? ते साडे हिसाब नाल सत संगत दे मतलब भी पता की ने? भी किते वड्डा सारा दीवान लगा होवे, गड्डियां जांदियां होण पिंडों, गड्डियां च बह जाइए, उत्थे दीवान चलदा होवे, उत्थे कथा कीर्तन हो रहा होवे, सुन के आ जाइए। साल च एक अद्धी बार जाइए ना तो आपां सतसंगी बन जाने। आपां कहने मैं बहुत सतसंग करदा है, मैं तो बहुत करदी हां, मैं तो किते होवे सतसंग चले जाईदा आपां। ये तो तेरियां ही परिभाषावां ने, तू खुद डिफाइन कर लियां चीज़ां। गुरु नानक जी तो पुछो सत संगत की हुंदी है, ते बाबे नानक ने बड़े प्यारे शब्द वरते ने। सीधा सवाल कीता, सत संगत कैसी जानी है? महाराज किनू कहंदे ने सत संगत? कहंदे जिथे एको नाम वखाणीए, जिथे एक रब दी गल होवे, भावें दो जने खलो के करदे होण, चार करदे होण, 10 करदे होण, ये मैटर नहीं करदा, गल एक दी हुंदी होवे, उहनूं सत संगत कहंदे ने। ते जिथे नफरतां दे बीज बीजे जांदे होण, जिथे नीवां ते उच्चा विखाया जांदा होवे, जिथे एक धर्म स्थान च बह के दूजे धर्म स्थान नूं ढाउण दीयां गल्लां चलदियां होण, जिथे एक धर्म स्थान च बह के दूजे धर्म स्थान नूं मलिया मेट करन दीयां गल्लां चलदियां होण, जिथे एक धर्म स्थान मिटा के दूजा धर्म स्थान बनाउण दीयां गल्लां चलदियां होण, वो धर्म नहीं हो सकदा, उहनूं धर्म नहीं कहा जा सकदा। पता नहीं किन्ने उन्होंने धर्म का नाम दिता है। ये गल गुरु अर्जन साहब पातशाह जी की समय की हुकूमत नूं पसंद नहीं सी। अज किहड़ी पसंद है? अज हो जाओ तुसीं अपना पिंड इकट्ठा कर लो, तुसीं कहो असीं सारे पिंड दे बंदे आ, अगले रहन दिंदे ने तुहानूं। पिंड विच सरपंच, माफ करियो मैनूं कोई बंदा परसनल ना ले ले इहनूं, मैं गुरु नानक दे कूकर होण दे नाते मेरा फर्ज बनदा मैं अपनी गल करा, मैं परसनल नहीं। साडे पिंड विच सरपंच चुनिया जांदा है, ते सरपंच चुनण तो बाद अद्धा पिंड कहंदा ये साडा सरपंच नहीं है, कि सरपंच उन्हां दा चुनिया गया। उन्हां दा किन्हां दा बई? पिंड दा चुनिया। तुसीं सरपंच पिंड दा चुने, तुसीं पंच पिंड दे चुने ने, ते जेड़े चुने गए ने ना, वो भी ये ना कहण भी असीं नहीं हुण 5 साल तुहानूं लागे लगण देना, क्योंकि पहला 5 साल तुसीं सी ते असीं 5 साल हुण असीं आ। वो पिंड दे बण जाओ, पिंड साडा है, सारा पिंड साडा है, असीं सारे पिंड दे आ। जेड़ा बंदा इन्नी क गल नहीं ना समझ सकेगा, असीं पिंडां दे विच साडा रौला की है तुसीं दस्सिओ मैनूं। रोटी ते अपनी अपनी खाने हो, काम अपना अपना करदे हो, कोई किसी नाल चीज़ साझी नहीं, तो फिर रौले कादे ने, नफरतां कादियां ने? किसी दे सुख नहीं जरे जांदे, कोई हसदा नहीं जरिया जांदा, किसी नूं खुश वेख के तकलीफां होंदियां ने सानूं, फिर असीं हाँ हकदार इस गल दे, नानक नाम चढ़दी कला तेरे भाणे सरबत दा भला। तुसीं कित्थे खामी नहीं आ, आपां तां इहदे सानूं तो बेसिक चीज़ भी ये नहीं पता। सो गुरु के प्यार वालिओ, आपां गल आरंभ इत्थों कीती सी भी बाणी नूं आप पढ़न दा सुभाव बनाओ। 2 तरह की प्रॉब्लम है पंजाब दी। पंजाब दे लोग पंजाबीयत नूं छड्ड रहे ने, साडे बच्चिआं नूं पंजाबी नाल नफरत हो रही है, ते दूजियां भाषावां नाल प्यार हो रहा है। जे तुहाडे तो पंजाबी चली गई तो तुहाडे कोलों बाणी जानी है, जे तुहाडे कोलों बाणी चली गई तो तुहाडे कोलों गुरु साहब जी का सारा फलसफा जाना है। एक बेनती करा, मेरे दाते ने 239 साल कमाई की इस धरती ते, मैं अपने समय च समाप्ति करनी है, जिहड़ा समा आपां निर्धारित कीता सी। आपां ये भी ध्यान रखिया करिए, असीं समय दे पाबंद भी नहीं हाँ। मेरे दाते ने 239 साल ला के इस धरती ते कमाई की, उस कमाई च मेरे दाते ने
ਆਪਣੇ ਪੁੱਤ ਵਾਰੇ, ਕਿਤੇ ਗੁਰੂ ਸਾਹਿਬ ਜੀ ਨੂੰ ਪੁੱਤ ਵਾਰਨੇ ਪਏ, ਕਿਤੇ ਗੁਰੂ ਸਾਹਿਬ ਜੀ ਨੂੰ ਤੱਤੀ ਤਵੀ ਤੇ ਬਹਿਣਾ ਪਿਆ ਕਮਾਈ ਕਰਨ ਲਈ। ਮੇਰਾ ਦਾਤਾ ਕਮਾਈ ਕਰਨ ਤੁਰਿਆ, ਕਿਤੇ ਮੇਰੇ ਦਾਤੇ ਨੂੰ ਰੋੜ ਖਾਣੇ ਪਏ ਲੋਕਾਂ ਤੋਂ, ਕਿਤੇ ਭੂਤਨਾ ਬਤਾਲਾ ਖਵਾਉਣਾ ਪਿਆ, ਕਿਤੇ ਦਿੱਲੀ ਦੇ ਚਾਂਦਨੀ ਚੌਂਕ 'ਚ ਸੀਸ ਲਵਾਉਣਾ ਪਿਆ, ਕਿਤੇ 80 ਸਾਲ ਦੀ ਬਜ਼ੁਰਗ ਮਾਤਾ ਨੂੰ ਠੰਡੇ ਬੁਰਜ 'ਚੋਂ ਧੱਕਾ ਦੇ ਕੇ ਸੁੱਟਿਆ ਗਿਆ। ਬੱਚੇ ਵੀ ਸ਼ਹੀਦ ਹੋਏ, ਬਜ਼ੁਰਗ ਵੀ ਸ਼ਹੀਦ ਹੋਏ। ਅਸੀਂ ਵੱਡਾ ਤੇ ਛੋਟਾ ਘੱਲੂ ਘਾਰਾ ਹੰਡਾਇਆ। ਅਸੀਂ ਜਿਹੜੇ ਇਹ ਦਿਨ ਚੱਲ ਰਹੇ ਨੇ, ਜੂਨ 1984, ਜਦੋਂ ਜੂਨ ਮਹੀਨਾ ਆਉਂਦਾ ਹੈ ਤਾਂ ਸਾਨੂੰ 1984 ਜ਼ਰੂਰ ਚੇਤੇ ਆਉਂਦਾ ਹੈ। ਇਹ 1984 ਵੀ ਇਸੇ ਕਰਕੇ ਵਾਪਰਿਆ ਸੀ ਕਿਉਂਕਿ ਤੁਸੀਂ ਤਖਤ ਰਾਜਾ ਸੋ ਬਹਿ ਜੋ ਤਖਤੇ ਲਾਇਕ ਦੀ ਗੱਲ ਕਰਦੇ ਹੋ, ਜਿਹੜੀ ਕਿ ਸਮੇਂ ਦੀ ਹਕੂਮਤ ਨੂੰ ਪਸੰਦ ਨਹੀਂ ਹੁੰਦੀ। ਵਕਤ ਨਹੀਂ ਬਹੁਤਾ ਡਿਟੇਲ 'ਚ ਜਾਇਆ ਜਾ ਸਕੇ। ਆਉਣ ਵਾਲੇ ਸਮੇਂ 'ਚ ਆਪਾਂ ਹੋਰ ਇਹਨੂੰ ਡਿਟੇਲ 'ਚ ਸਮਝਣ ਦੀ ਕੋਸ਼ਿਸ਼ ਕਰਾਂਗੇ। ਮੈਂ ਬੇਨਤੀ ਇੰਨੀ ਕਰਨੀ ਚਾਹੁੰਦਾ ਸੀ ਤੁਹਾਡੇ ਚਰਨਾਂ 'ਚ, ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਸਮਝਣ ਵਾਸਤੇ ਤੁਹਾਨੂੰ ਬੇਸਿਕ ਚੀਜ਼ਾਂ ਨੂੰ ਜਾਣਨਾ ਪੈਣਾ। ਸੰਵਾਦ ਕਿਉਂ ਨਹੀਂ ਕਰਦੇ, ਬੈਠਦੇ ਕਿਉਂ ਨਹੀਂ ਸਿਰ ਜੋੜ ਕੇ? ਤੁਸੀਂ ਬਹੁਤ ਸਾਰੇ ਵੀਰ ਭੈਣਾਂ ਤੁਹਾਡੇ 'ਚ ਬੜੇ ਇੰਟੈਲੀਜੈਂਟ ਬੈਠੇ ਨੇ। ਇਹ ਨਹੀਂ ਵੀ ਸਾਡੇ ਕੋਲ ਇੰਟੈਲੀਜੈਂਟ ਦਿਮਾਗ ਨਹੀਂ ਹਨ, ਇਹ ਨਹੀਂ ਵੀ ਤੁਹਾਡੇ ਬੜੇ ਬੰਦੇ ਸਾਲੋ ਪਿੰਡ ਦੇ ਬੜੇ ਇੰਟੈਲੀਜੈਂਟ ਹੋਣਗੇ, ਪਰ ਇੱਥੇ ਕੋਈ ਬੰਦਾ ਸਿਆਣੀ ਗੱਲ ਕਰਕੇ ਵੇਖ ਲੈ, ਸਾਰਾ ਪਿੰਡ ਵੈਰੀ ਹੋ ਜਾਂਦਾ ਕਿ ਇਹ ਸਿਆਣੀਆਂ ਗੱਲਾਂ ਕਿਉਂ ਕਰਦਾ। ਜਿਹੜਾ ਬੰਦਾ ਅੱਜ ਸਿਆਣੀ ਗੱਲ ਕਰੇਗਾ ਨਾ, ਅਸੀਂ ਫਟਾਫਟ ਕਵਾਂਗੇ ਇਹ ਸਿਆਣੀਆਂ ਗੱਲਾਂ ਤਾਂ ਕਰਦਾ, ਇਹਨੇ ਆਉਣ ਵਾਲੇ ਸਮੇਂ 'ਚ ਕੋਈ ਫਾਇਦਾ ਲੈਣਾ ਹੁੰਦਾ। ਉਹ ਭਾਈ ਕਰ ਲੈਣ ਦੋ ਸਿਆਣੀ ਗੱਲ ਕਿਸੇ ਨੂੰ, ਕਿਉਂ ਇੰਨੇ ਵੈਰੀ ਹੋ ਗਏ ਹੋ ਸਿਆਣੀਆਂ ਗੱਲਾਂ ਦੇ? ਜਿਹੜਾ ਬੰਦਾ ਸਿਆਣੀ ਗੱਲ ਕਰੇਗਾ ਉਹਦੇ ਤੇ ਸ਼ੱਕ ਕਰਾਂਗੇ ਅਸੀਂ, ਕਮਲਿਆਂ ਤੇ ਸ਼ੱਕ ਨਹੀਂ ਕਰਦੇ। ਸਾਡਾ ਡਾਊਟ ਵੀ ਚੰਗੇ ਬੰਦਿਆਂ ਤੇ ਹੋਏਗਾ, ਮਾੜੇ ਬੰਦੇ ਤੇ ਕਦੀ ਡਾਊਟ ਨਹੀਂ ਕਰਦਾ ਬੰਦਾ, ਨਸ਼ਈ ਤੇ ਨਹੀਂ ਕਰਦਾ, ਵਿਕਾਰੀ ਤੇ ਨਹੀਂ ਕਰਦਾ। ਖੈਰ, ਮੈਂ ਬੇਨਤੀ ਕਰਦਾ ਸੀ, 239 ਸਾਲ ਲਾ ਕੇ ਮੇਰੇ ਦਾਤੇ ਨੇ ਕਮਾਈ ਕੀਤੀ ਤੇ 239 ਸਾਲਾਂ 'ਚ ਗੁਰੂ ਨਾਨਕ ਸਾਹਿਬ ਜੀ ਨੇ 10 ਜੋਤਾਂ ਵਿੱਚ, 10 ਸਰੀਰਾਂ ਵਿੱਚ ਕੀ ਕਮਾਇਆ? ਉੱਚੀ ਬੋਲ ਕੇ ਦੱਸਿਓ ਮੈਨੂੰ ਭਲਾ, ਜੇ ਤੁਹਾਨੂੰ ਪਤਾ ਹੈ। 10 ਜੋਤਾਂ ਵਿੱਚ, 10 ਸਰੀਰਾਂ ਵਿੱਚ, ਮਾਫ ਕਰਿਓ, ਇੱਕ ਜੋਤ ਵਿਚਰੀ ਤੇ 10 ਸਰੀਰਾਂ ਨੇ 239 ਸਾਲ ਲਾ ਕੇ ਕੀ ਕਮਾਇਆ ਭਲਾ? ਉੱਚੀ ਬੋਲ ਕੇ ਮੈਨੂੰ ਦੱਸੋਗੇ ਸਾਰੇ? ਠੀਕ ਹੈ ਜੀ, ਸਰਬੱਤ ਦਾ ਭਲਾ। ਇੱਕ ਨਹੀਂ, ਇੱਕ ਚੀਜ਼ ਜਿਹੜੀ ਤੁਹਾਡੀ ਝੋਲੀ 'ਚ ਪਾ ਗਏ ਗੁਰੂ ਸਾਹਿਬ, ਆ ਲਓ ਮੈਂ ਤੁਹਾਨੂੰ ਦੇਤਾ ਅੱਜ ਤੋਂ ਬਾਅਦ। ਉੱਚੀ ਬੋਲੋ ਜੀ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ। ਇਹ ਸੀ ਮੇਰੇ ਦਾਤੇ ਦੀ 239 ਸਾਲ ਦੀ, 250 ਸਾਲ ਦੀ ਕਮਾਈ ਤੁਹਾਡੀ ਝੋਲੀ 'ਚ ਪਾਈ। ਤੇ ਮਹਾਰਾਜ ਨੇ ਕਿਹਾ, ਮੇਰੇ ਬੱਚਿਆ ਇੱਕ ਗੱਲ ਯਾਦ ਰੱਖੀ, ਇਤਿਹਾਸ ਦੇ ਪਾਵਨ ਪੰਨਿਆਂ 'ਚ ਇਹ ਸ਼ਬਦ ਲਿਖਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਔਰ ਸਾਡੀ ਝੋਲੀ 'ਚ ਪਾਤੇ। ਆਗਿਆ ਭਈ ਅਕਾਲ ਕੀ ਤਬੇ ਚਲਾਇਓ ਸਭ ਸਿੱਖਣ ਕੋ, ਗੱਜ ਕੇ ਬੋਲੋ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ। ਪ੍ਰਗਟ ਗੁਰਾਂ ਕੀ ਦੇ, ਤੇਰੇ ਸਾਹਮਣੇ ਗੁਰੂ ਬੈਠਾ ਹੈ। ਸਾਲੋ ਨਗਰ ਵਾਲੇ ਇਹ ਨਹੀਂ ਕਹਿ ਸਕਦੇ ਸਾਡੇ ਪਿੰਡ ਗੁਰੂ ਨਹੀਂ ਹੈ। ਔਰ ਤੁਸੀਂ ਇਹ ਗੱਲ ਕਰੋ ਵੀ ਕਿਹੜਾ ਗੁਰੂ ਹੈ ਤੁਹਾਡੇ? ਬਾਬਾ ਨਾਨਕ ਤੁਹਾਡੇ ਕੋਲ ਬੈਠਾ ਹੈ, ਕਲਗੀਆਂ ਵਾਲਾ ਤੁਹਾਡੇ ਕੋਲ ਬੈਠਾ ਹੈ। ਤੁਹਾਨੂੰ ਕਲਗੀਆਂ ਵਾਲੇ ਨੂੰ ਮਿਲਣ ਵਾਸਤੇ ਆਨੰਦਪੁਰ ਜਾਣ ਦੀ ਲੋੜ ਨਹੀਂ ਹੈ, ਰੱਜ ਰੱਜ ਕੇ ਜਾਓ ਆਨੰਦਪੁਰ ਸਾਹਿਬ, ਧਾਰਮਿਕ ਥਾਵਾਂ ਦੇ ਦੀਦਾਰ ਕਰਨ ਵਾਸਤੇ। ਸਾਡੇ ਹਿਸਟੋਰੀਕਲੀ ਪਲੇਸ ਨੇ, ਉਹ ਹਿਸਟਰੀ ਦੀ ਥਾਂ ਹੈ, ਪਰ ਜੇ ਕਲਗੀਆਂ ਵਾਲੇ ਨੂੰ ਮਿਲਣਾ ਹੈ ਤੇ ਆਨੰਦਪੁਰ ਜਾਣ ਦੀ ਲੋੜ ਨਹੀਂ, ਕਲਗੀਆਂ ਵਾਲਾ ਤੇ ਤੁਹਾਡੇ ਕੋਲ ਬੈਠਾ ਹੈ। ਤੇ ਰੋਜ਼ ਕਹਿੰਦੇ ਹੋ ਪ੍ਰਗਟ ਗੁਰਾਂ ਕੀ ਦੇ, ਤੇ ਮਹਾਰਾਜ ਨੇ ਸ਼ਬਦ ਵਰਤਿਆ, ਜੋ ਪ੍ਰਭੂ ਕੋ ਮਿਲਬੋ ਚਾਹੇ। ਤੇਰਾ ਦਿਲ ਕਰਦਾ ਰੱਬ ਨੂੰ ਮਿਲਣ ਲਈ? ਹਾਂ ਮਹਾਰਾਜ, ਮੇਰਾ ਦਿਲ ਕਰਦਾ ਮੈਂ ਰੱਬ ਨੂੰ ਮਿਲਾਂ। ਤੇ ਕਿਵੇਂ ਮਿਲਿਆ ਜਾ ਸਕਦਾ? ਜੋ ਪ੍ਰਭੂ ਕੋ ਮਿਲਬੋ ਚਾਹੇ, ਬੋਲੋ ਗੱਜ ਕੇ, ਖੋਜ ਸ਼ਬਦ ਮੈਂ ਲੈ। ਸ਼ਬਦ ਵਿੱਚੋਂ ਲੱਭ ਲਈ ਮੈਨੂੰ, ਮੈਂ ਸ਼ਬਦ ਵਿੱਚ ਹੀ ਆ। ਮਹਾਰਾਜ ਅਸੀਂ ਤੇ ਸ਼ਬਦ ਠੇਕੇ ਤੇ ਪੜਾ ਲੈਨੇ ਆ, ਤੁਹਾਡੇ ਤੋਂ ਕਿੱਥੇ ਸੁਣਦੇ ਜਾਂ ਖੋਜਦੇ ਕਿੱਥੇ ਆ ਸ਼ਬਦ? ਖੋਜ ਤਾਂ ਬਿਰਤੀ ਨਹੀਂ ਰਹਿ ਗਈ ਸਾਡੀ। ਔਰ ਇਹ ਅਚਾਨਕ ਨਹੀਂ ਹੋਇਆ। ਜਿਨ੍ਹਾਂ ਨੂੰ ਇਹ ਪਤਾ ਸੀ ਜੇ ਸ਼ਬਦ ਵਿੱਚੋਂ ਖੋਜਣਗੇ ਨਾ, ਇਹ ਧਰਤੀ ਤੇ ਸਿਰਜ ਦੇਣਗੇ। ਜੇ ਸ਼ਬਦ ਵਿੱਚੋਂ ਖੋਜਣਗੇ ਨਾ, ਇਹ ਧਰਤੀ ਤੇ ਸਿਰਜ ਦੇਣਗੇ। ਸਭ ਤੋਂ ਛੋਟੀ ਕੌਮ ਹੈ ਸਾਡੀ, ਸਿੱਖਾਂ ਦੀ ਸਭ ਤੋਂ ਛੋਟੀ ਕੌਮ ਹੈ। 550 ਸਾਲ ਉਮਰ ਹੈ ਸਾਡੀ ਅਜੇ, 552 ਸਾਲ ਹੋਏ ਨੇ ਸਾਨੂੰ ਅਜੇ। 550 ਸਾਲਾਂ 2 ਸਾਲ ਪਹਿਲਾਂ ਤੁਸੀਂ ਮਨਾਇਆ। 550 ਸਾਲ ਉਮਰ ਹੈ ਸਾਡੀ, ਤੇ ਦੁਨੀਆ ਦਾ ਇਹੋ ਜਿਹਾ ਕੋਈ ਕੋਨਾ ਨਹੀਂ ਜਿੱਥੇ ਤੁਹਾਡੇ ਬਾਰੇ ਦੁਨੀਆ ਜਾਣਦੀ ਨਹੀਂ।
ਤੇ ਦੁਨੀਆ ਦਾ ਇਹੋ ਜਿਹਾ ਕੋਈ ਇਨਸਾਨ ਨਹੀਂ ਜਿਹੜਾ ਇਹ ਨਹੀਂ ਕਹਿੰਦਾ। ਅਮਰੀਕਾ ਦੇ ਰਿਸਰਚਰ ਵੀ ਜਦੋਂ ਲਿਖਦੇ ਨੇ ਨਾ ਵੀ ਜੇ ਸਾਰੇ ਸੰਸਾਰ ਨੂੰ ਸ਼ਾਂਤੀ ਵੰਡਣੀ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਰਾਹੀਂ ਵੰਡੀ ਜਾ ਸਕਦੀ ਹੈ। ਹਾਲਾਂਕਿ ਅਮਰੀਕਾ ਦੇ ਰਿਸਰਚਰ ਨੂੰ ਇਹ ਗੱਲ ਨਹੀਂ ਸੀ ਕਹਿਣ ਦੀ ਲੋੜ, ਉਹ ਕਿਸੇ ਹੋਰ ਬੁੱਕ ਦਾ ਹਵਾਲਾ ਦੇ ਸਕਦੇ, ਸਾਨੂੰ ਕੋਈ ਹੋਰ ਰੈਫਰੈਂਸ ਵੀ ਦੇ ਸਕਦੇ ਸੀ, ਪਰ ਉਹ ਕਹਿੰਦੇ ਨੇ ਜੇ ਸਾਰੀ ਦੁਨੀਆ ਨੂੰ ਆਨੰਦਮਈ ਬਣਾਉਣਾ ਹੈ ਤੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਫਲਸਫਾ ਘਰ ਘਰ ਪਹੁੰਚਾਉਣਾ ਪੈਣਾ ਹੈ। ਫਿਰ ਜਿਹੜੇ ਬੰਦੇ ਚਾਹੁੰਦੇ ਨਹੀਂ ਵੀ ਸਾਰੀ ਦੁਨੀਆ ਸਵਰਗ ਬਣ ਜਾਏ, ਉਹਨਾਂ ਨੇ ਜ਼ੋਰ ਇਹ ਲਾ ਲਿਆ ਜੇ ਗੁਰੂ ਨਾਨਕ ਦਾ ਫਲਸਫਾ ਘਰ ਘਰ ਪਹੁੰਚ ਗਿਆ ਸਾਰੀ ਦੁਨੀਆ ਗੁਰੂ ਨਾਨਕ ਸਾਹਿਬ ਜੀ ਦੀ ਕਾਇਲ ਹੋ ਜਾਣੀ ਹੈ। ਇਸ ਕਰਕੇ ਜ਼ੋਰ ਲਾ ਕੇ ਸਿੱਖਾਂ ਨੂੰ ਇਸ ਬੰਨੇ ਤੋਰ ਦਿਓ, ਇਹ ਪੜ੍ਹਨੀ ਨਹੀਂ, ਇਹ ਸਮਝਣੀ ਨਹੀਂ, ਇਹ ਆਪਣੇ ਘਰ ਨਹੀਂ ਲਿਆਉਣੀ, ਇਹ ਸਿਰਫ ਤੇ ਸਿਰਫ ਪੜ੍ਹਨੀ ਹੈ, ਭੋਗ ਵੇਲੇ ਗੁਰਦੁਆਰੇ ਜਾਣਾ ਹੈ ਤੇ ਉਹਦੇ ਤੋਂ ਬਾਅਦ ਮੱਥਾ ਟੇਕ ਕੇ ਪ੍ਰਸ਼ਾਦਾ ਛਕ ਕੇ ਘਰ ਆ ਜਾਣਾ। ਇੱਕ ਵੀ ਗੱਲ ਗੁਰੂ ਦੀ ਸਮਝਣ ਲਈ ਤਿਆਰ ਨਹੀਂ ਹੋਣਾ। ਜੇ ਮੈਂ ਗਲਤ ਹੋਵਾਂ ਤਾਂ ਤੁਸੀਂ ਕਹਿ ਸਕਦੇ ਹੋ ਵੀ ਇਹ ਗੱਲ ਠੀਕ ਨਹੀਂ ਹੈ, ਸੱਚਾਈ ਹੈ। ਅਸੀਂ ਗੁਰੂ ਦੇ ਆਖੇ ਲੱਗਦੇ ਹਾਂ? ਸਾਰੇ ਨਹੀਂ ਲੱਗਦੇ। ਜਿਸ ਖੋਜਿਆ ਹੁੰਦਾ ਸ਼ਬਦ ਵਿੱਚੋਂ ਤੁਹਾਡੇ ਬੱਚਿਆਂ ਨੂੰ ਪਤਾ ਹੋਣਾ ਸੀ, ਬਾਣੀ 'ਚ ਲਿਖਿਆ ਜਿਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ। ਤੇ ਤੁਹਾਡਾ ਬੱਚਾ ਦਿੱਲੀ ਪੜ੍ਹਨ ਜਾਏ, ਕੈਨੇਡਾ ਪੜ੍ਹਨ ਜਾਏ, ਤੁਹਾਡਾ ਬੱਚਾ ਸਵਿਟਜ਼ਰਲੈਂਡ ਪੜ੍ਹਨ ਜਾਏ ਤੇ ਕੋਈ ਉਹਨੂੰ ਕਵੇ ਆ ਫੜ ਪੈਗ ਪੀ, ਇਹਦੇ ਨਾਲ ਮਸਤੀ ਆਉਂਦੀ ਹੈ, ਪਰ ਤੁਹਾਡਾ ਬੱਚਾ ਜੇ ਗੁਰੂ ਨਾਨਕ ਨਾਲ ਜੁੜਿਆ ਹੁੰਦਾ ਨਾ, ਉਹਨੇ ਕਹਿਣਾ ਸੀ ਲੈ ਜਾ ਭਰਾ ਆਪਣੇ ਕੋਲ, ਮੈਨੂੰ ਤੇ ਗੁਰੂ ਨਾਨਕ ਦੀ ਬਾਣੀ ਪੜ੍ਹ ਕੇ ਮਸਤੀ ਆਉਂਦੀ ਹੈ, ਇਹੋ ਜਿਹੀਆਂ ਚੀਜ਼ਾਂ ਨਾਲ ਮਸਤੀ ਮੈਨੂੰ ਨਹੀਂ ਆਉਂਦੀ। ਤੇ ਦੱਸੋ ਭਲਾ ਤੁਹਾਡੇ ਬੱਚਿਆਂ ਨੂੰ ਕੋਈ ਨਸ਼ਿਆਂ ਦੇ ਰਾਹ ਪਾ ਸਕਦਾ ਸੀ? ਨਹੀਂ ਪਾ ਸਕਦਾ ਸੀ। ਪਰ ਇਹ ਖੋਜਣ ਹੀ ਨਹੀਂ ਦਿੱਤਾ, ਇਸ ਬੰਨੇ ਤੁਰਨ ਹੀ ਨਹੀਂ ਦਿੱਤਾ ਸਾਨੂੰ। ਅਸੀਂ ਕਹਿੰਦੇ ਆ ਅੱਜ ਸਾਡਾ ਸਮਾਜ, ਸਾਡੇ ਬੱਚੇ, ਸਾਡੀ ਜਵਾਨੀ ਜਿਹੜੀ ਹੈ ਉਹ ਬੁਰੀ ਤਰ੍ਹਾਂ ਨਾਲ ਵਿਗੜ ਚੁੱਕੀ ਹੈ। ਉਹਦਾ ਕਾਰਨ ਇਹ ਹੈ ਵੀ ਤੁਸੀਂ ਠੰਡ ਦੇ ਸੋਮੇ ਨਾਲੋਂ ਦੂਰ ਲੈ ਗਏ ਬੱਚਿਆਂ ਨੂੰ, ਤੁਸੀਂ ਚੰਦਨ ਨਾਲੋਂ ਦੂਰ ਲੈ ਗਏ। ਸ਼ਬਦ ਬੜੇ ਪਿਆਰੇ ਬਾਬੇ ਨੇ ਵਰਤੇ ਗੁਰੂ ਅਰਜਨ ਸਾਹਿਬ ਜੀ ਨੇ, ਚੰਦਨ ਚਾਂਦਨ ਸਰਦ ਰੁੱਤ ਮੂਲ ਨਾ ਮਿਟਈ ਭਾਮ। ਮਹਾਰਾਜ ਕਹਿੰਦੇ ਚੰਦਨ ਲਾ ਕੇ ਬੈਠਾ ਰਹੇ, ਸਰਦੀ ਦੀ ਰੁੱਤ ਹੋਵੇ ਭਾਵੇਂ, ਪਰ ਤੇਰੇ ਅੰਦਰ ਦੀ ਤਪਸ਼ ਨਹੀਂ ਮਿਟਣੀ। ਕਾਮ ਕਹਿੰਦੇ ਨੇ ਧੁੱਪ ਨੂੰ, ਕਾਮ ਨਹੀਂ ਮਿਟਣਾ, ਤੇਰੇ ਅੰਦਰ ਦੀ ਤਪਸ਼ ਨਹੀਂ ਮਿਟਣੀ। ਤੇ ਮਹਾਰਾਜ ਕਿਵੇਂ ਮਿਟੇਗੀ ਫਿਰ? ਸ਼ੀਤਲ ਥੀਵੇ ਨਾਨਕਾ ਜਪੰਦੜੋ ਹਰ ਨਾਮ। ਗੁਰੂ ਦਾ ਨਾਮ, ਬਾਣੀ ਤੋਂ ਅਕਲ ਲਿਆ ਕਰ, ਬਾਣੀ ਤੋਂ ਸਮਝ ਲਿਆ ਕਰ, ਤੇਰੇ ਅੰਦਰ ਸ਼ੀਤਲਤਾ ਆ ਜਾਏਗੀ, ਤੇਰੇ ਅੰਦਰ ਠੰਡ ਆ ਜਾਏਗੀ, ਤੈਨੂੰ ਗੁੱਸਾ ਨਹੀਂ ਆਇਆ ਕਰੇਗਾ। ਅੱਜ ਤੁਸੀਂ ਵੇਖੋ ਅਸੀਂ ਬਾਣੀ ਨੂੰ ਛੱਡਣ ਕਰਕੇ ਨਾ, ਬਾਬਾ ਫਰੀਦ ਜੀ ਦੇ ਸ਼ਲੋਕ ਤੁਹਾਨੂੰ ਸਾਰਿਆਂ ਨੂੰ ਪਤਾ, ਜਦੋਂ ਅਖੰਡ ਪਾਠ ਚੱਲਦਾ ਅਸੀਂ ਬਾਬਾ ਜੀ ਨੂੰ ਕਹਿ ਦਿੰਦੇ ਹਾਂ ਵੀ ਸਪੀਕਰ ਲਾ ਦਿਓ ਜਦੋਂ ਕਬੀਰ ਜੀ ਦੇ ਸ਼ਲੋਕ ਆ ਗਏ, ਜਦੋਂ ਫਰੀਦ ਜੀ ਦੇ ਸ਼ਲੋਕ। ਪਰ ਸੁਣਦਾ ਕੌਣ ਹੈ? ਸੁਣਦਾ ਤੇ ਉਹਨਾਂ ਨੂੰ ਵੀ ਨਹੀਂ ਹੈ। ਕਿੱਡਾ ਪਿਆਰਾ ਵਾਕ ਬਾਬਾ ਫਰੀਦ ਜੀ ਨੇ ਵਰਤਿਆ, ਫਰੀਦਾ ਬੁਰੇ ਦਾ ਭਲਾ ਕਰ। ਜੇ ਕੋਈ ਬੰਦਾ ਬੁਰਾ ਵੀ ਹੈ ਨਾ, ਉਹਦਾ ਵੀ ਭਲਾ ਕਰਿਆ ਕਰ, ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਿਆ ਕਰ। ਹੁਣ ਬੁਰੇ ਦਾ ਭਲਾ ਕਰਨ ਦਾ ਮਤਲਬ ਇਹ ਨਹੀਂ ਹੈ ਵੀ ਕੋਈ ਬੰਦਾ ਨਸ਼ਾ ਕਰਦਾ ਹੋਵੇ ਤੇ ਮੈਂ ਨਸ਼ਾ ਲੈ ਕੇ ਦੇ ਦਾਂ ਉਹਨੂੰ, ਇਹਨੂੰ ਨਹੀਂ ਭਲਾ ਕਰਨਾ ਕਹਿੰਦੇ। ਜੇ ਕੋਈ ਬੰਦਾ ਚੋਰੀਆਂ ਕਰਦਾ ਤੇ ਮੈਨੂੰ ਕਹੇ ਮੈਂ ਚੋਰੀ ਕਰਨੀ ਹੈ, ਮੇਰੇ ਨਾਲ ਸਹਿਮਤ ਹੋ, ਦੱਸੀ ਨਾ ਕਿਸੇ ਨੂੰ, ਤੇ ਆਪਾਂ ਕਹੀਏ ਕਰ ਲਾ ਕੋਈ ਨਹੀਂ ਮੈਂ ਨਹੀਂ ਦੱਸ, ਇਹ ਭਲਾ ਕਰਨਾ ਨਹੀਂ ਹੁੰਦਾ। ਇਹ ਡੈਫੀਨੇਸ਼ਨ ਆ ਸਾਡੀ ਨਿਰਧਾਰਿਤ ਕੀਤੀ ਹੈ, ਬੁਰੇ ਦਾ ਭਲਾ ਕਰ। ਜੇ ਕੋਈ ਗਲਤ ਬੰਦਾ ਹੈ, ਜੇ ਕਿਸੇ ਗਲਤ ਰਾਹ ਤੇ ਪੈ ਗਿਆ, ਤੁਹਾਨੂੰ ਪਤਾ ਲੱਗ ਗਿਆ, ਤਗੜੇ ਹੋ ਕੇ ਲੱਕ ਬੰਨ ਕੇ ਮਗਰ ਪੈ ਜਾਓ ਉਹਦੇ, ਬਚਾ ਲਓ ਉਹਨੂੰ ਉਸ ਬਿਮਾਰੀ ਚੋਂ। ਜੇ ਤੁਹਾਨੂੰ ਲੱਗਦਾ ਵੀ ਸਾਡਾ ਕੀ ਲੱਗਦਾ ਇਹ ਤਾਂ ਕਿਸੇ ਦਾ ਪਿਆ, ਯਾਦ ਰੱਖੋ ਪੜੋਸੀ ਕੇ ਜੋ ਹੁਆ ਸੋ ਆਪਣੇ ਪੀ। ਜਿਹੜਾ ਗਵਾਂਢੀ ਨਾਲ ਹੋਇਆ ਹੈ ਨਾ, ਕਿਸੇ ਦਾ ਬੱਚਾ ਨਸ਼ੇ ਤੇ ਪੈ ਜਾਏ, ਆਪਾਂ ਨੂੰ ਲੱਗਦਾ ਵੀ ਹੁਣ ਅਕਲ ਆਊਗੀ, ਬੜੀਆਂ ਗੱਲਾਂ ਮਾਰਦੇ ਸੀ। ਨਹੀਂ, ਹੁਣ ਇਹਨਾਂ ਨੂੰ ਨਹੀਂ ਆਉਣੀ, ਕੱਲ ਨੂੰ ਤੇਰਾ ਪੁੱਤ ਤੁਰਿਆ ਇਸ ਰਾਹ ਤੇ ਫਿਰ ਤੈਨੂੰ ਅਕਲ ਆਉਣੀ ਹੈ। ਇਸ ਕਰਕੇ ਅੱਜ ਹੀ ਬਚਾ ਲਾ ਇਹਨਾਂ ਨੂੰ, ਲੱਕ ਬੰਨ ਲਾ, ਇਹਨਾਂ ਨੂੰ ਵੀ ਦੱਸਣ ਦੀ ਲੋੜ ਨਹੀਂ, ਇਹਦੇ ਮਗਰ ਪੈ ਜਾ, ਹੱਥ ਜੋੜ ਜੋੜ ਕੇ ਇਹਨੂੰ ਵਾਪਸ ਲੈ ਆ। ਨਾ ਬੱਚਿਆ ਅਸੀਂ ਇਸ ਕੰਮ ਲਈ ਨਹੀਂ ਬਣੇ, ਜਵਾਨੀ ਇਹਦੇ ਲਈ ਨਹੀਂ ਹੁੰਦੀ। ਇਹਨੂੰ ਕਹਿੰਦੇ ਨੇ ਬੁਰੇ ਦਾ ਭਲਾ ਕਰਨਾ, ਤੇ ਗੁੱਸਾ ਮਨ ਨਾ ਹੰਡਾਏ, ਇਹਦਾ ਭਲਾ ਕਰਨ ਲੱਗੇ ਆ। ਜੇ ਇਹਦੇ ਮਾਪਿਆਂ ਦਾ ਕੋਈ ਔਗਣ ਤੇਰੇ ਸਾਹਮਣੇ ਆਉਂਦਾ ਵੀ ਇਹਦਾ ਭਲਾ ਕਿਉਂ ਕਰਾਂ, ਇਹਨਾਂ ਦੇ ਮਾਪਿਆਂ ਨੇ ਮੇਰੇ ਨਾਲ ਇੱਕ ਵਾਰ ਇਦਾਂ ਕੀਤੀ ਸੀ, ਉਹਨੂੰ ਹੰਡਾਈਦਾ ਨਹੀਂ ਹੁੰਦਾ, ਗੁੱਸੇ ਨਹੀਂ ਕਰੀਦੇ ਹੁੰਦੇ, ਨਫ਼ਰਤ ਨਹੀਂ ਪਾਲੀਦੀ ਹੁੰਦੀ, ਗੁੱਸਾ ਮਨ ਨਾ ਹੰਡਾਏ। ਮੇਰੇ ਬਾਬੇ ਦੀ ਬਾਣੀ ਕਹਿੰਦੀ ਹੈ ਦੇਹੀ ਰੋਗ ਨਾ ਲੱਗੇ, ਤੇਰੀ ਜ਼ਿੰਦਗੀ 'ਚ ਰੋਗ ਮੁੱਕ ਜਾਣਗੇ, ਪੱਲੇ ਸਭ ਕੁਝ ਪਾਏ। ਕਿਹੜੀ ਚੀਜ਼ ਹੈ ਜਿਹੜੀ ਤੇਰੇ ਕੋਲ ਨਹੀਂ ਰਹਿ ਜਾਏਗੀ? ਪਰ ਅਸੀਂ ਇਸ ਬੰਨੇ ਤੁਰਦੇ ਕਿੱਦਾਂ ਆ?
सानू की पता बाबा फरीद जी ने सानू की समझाया। सो गुरु के प्यारिओ, जपदड़ो हर नाम, आप शब्द पढ़िया सी, गुर दाता गुर हिवै घर। गुरु दाता है, गुरु ठंड दा सुम है। जेड़ा गुरु नूं मिल के जांदा है उहदे अंदर ठंड पै जांदी है। शांत जे होके जाया करो, इत्थों ठहरे ठहरे जे होके जाया करो, खिड़े खिड़े जे चेहरे लैके जाया करो गुरुद्वारे। पर असी इत्थों ही सड़े बड़े ही जाने, असी इत्थों भी मत्थे दियां त्यूड़ियां ही पा के रखदे। गुर दीपक ते हलोए अमर पदार्था नानका, मन मानै सुख होए। पदार्थ गुरु कोल है ने, पर तेरा मन नहीं ना मनदा। गुरुद्वारे आउण नूं मन किहदा मनदा है? इत्थे तुसीं वेखो नहीं मनदा। तुसीं माड़े बन्ने तोड़ के वेखो, किसे विआह च डीजे लगा होवे, हर बंदा ही घेरे घेरे आउंदा ओहदे, तो तुसीं गुरुद्वारे लै आओ बंदा, उस वेले वासियां आउण लग पैंदियां ने, नींद आउण लग पैंदी है, बंदा परेशान होण लग पैंदा। असीं अखंड पाठ विआहां शादियां ते करदे आ, कोई गुरु ग्रंथ साहब दे लागे बहिंदा? असीं 3 दिनां च गुरु ग्रंथ साहब तो एक अकल दी गल नहीं सिखदे। असीं 3 घंटे डीजे लाउने आ, सारे टब्बर दे कन्नां च जहर घोड़ दिंदे आ। जे मैं गलत हाँ तो दस दो मैनूं भी, भाई साहब जी तुसीं रॉन्ग हो, इदां नहीं है। फिर सानू संगां भी भुल जांदियां ने, शर्मां भी भुल जांदियां ने, साडी हिया भी पता नहीं किधर चली जाती है। असी सिरजदे आए सारा कुछ। जेहा बीजे सो लुड़े, कर्मा संदड़ा खेत। खेत शरीर जो बीजिया सो अंत खलोया आए। जो तू बीजे है वही प्रगट होना है। जेड़े बंदे ने खेत विच जो बीजे है ना, वो आण के बीज के कुछ होर ते आस कोई होर ला के बैठा रहे। बाबा कहंदा बाणी दे अंदर, फरीदा लोड़े दाख बिजोरियां किकर बीजे जट। बल्लिओ चलाक बंदे आ, तेरे बीज के किकरां दे बीज ते भाल करदा दाख ते बिजोरियां दी। ऐ थोड़ी हुंदा है, जे किकर बीजी है ते कंडे तेरे पैरां च चुभणे ही चुभणे ने। अज तुसीं किसे दा बुरा करके वेख लो, कल तुहाडा होना ही होना है। पर जिद्दण होएगा अपना वेखी जाएगी। अज ते जोर ला दीए ना किसे दा बुरा कर लई, असीं इस विचारधारा दे मालक हां। गुरु मेहर करे सानू बाणी दे आशे मुताबिक चलना आ जाए। असी गुरु की दसी विचारधारा इस पदार्थ को समझिए। बहुत कीमती खजाना है। गुरु साहब जी ने 239 साल का समा ला के कमाई करके तुहाडी झोली च पा के पता तुहानू की किया, जो प्रभु को मिलबो चाहे खोज शब्द मिले। जे मैनू मिलना होया ना, ये चो लभ ली मैनू किसी बाबे कोल, किसी साध कोल, किसी डेरे ते जाके, किसी वीरवार शनिवार मंगलवार वाले कोल धक्के खाण की लोड़ नहीं। मेरे कोल आई, तेनू मिलावांगा मैं रब नाल। ते गुरु साहब जी एडी एडी कमाल दी विचारधारा है। इत्थों इत्थे ही बस नहीं, गुरु साहब कहंदे मेरे कोल बह के तां वेखी, मैं तां तैनू मिलावांगा नहीं, तैनू रब दा रूप बनावांगा। तैनू मिलावांगा नहीं कल्ला रब नाल, तू बह के तां वेखी। शब्द वेखो किड्डे प्यारे ने। मन तू जोत स्वरूप है, अपना मूल पछाण। तू पछाण के तो वेख अपने आप नूं, तैनू खुद दी पछाण नहीं है। भुल गया तू, तैनू भुलेखा लग गया। मन तू जोत स्वरूप है, अपना मूल पछाण। मन हर जी तेरे नाल है, गुरमति रंग मान। किन्नियां प्यारियां गल्लां। सो गुरु मेहर करे असी बाणी दे दसे उपदेश मुताबिक चल सकीए। कल दे दीवान विच भी साडे वीर हाज़री भरनगे। परसों दे दीवान विच इसे तरह बच्चियां दा कैंप लगा है। वेखो बहुत घट लोग हुंदे ने जिहड़े तुहाडे निके निके बच्चियां नूं बह के गुरमत दी गल करनगे। तुहाडे नगर दे वीर उपराला करदे ने, जतन करते हैं भी असीं अपनी पनीरी नूं कुछ दे जाइए। तो सहयोग करिया करो, साथ दिया करो, घट्टो घट्ट अपने बच्चे ही भेज दिया करो, होर कुछ नहीं। तो इन्ना जे बच्चे तुहाडे इस संगत विच आण के बहणगे ना, कुछ चंगा ही खट के जाणगे इत्थों। सो कल भी इस तरह दीवान सजेगा। साडे वीर कल दे दीवान विच हाज़री भरनगे। परसों के दीवान विच बच्चियां दा गुरमत कैंप जो चलता है, उसकी समाप्ति होएगी। तो आप रल मिल के विचारा भी सारे करांगे। सबना दा धन्नवाद। भुलां चुक्कां मेरियां समझ के माफ़ कर देनियां। शब्द कोई चंगा लगा होवे, सब सच्चे पातशाह जी की बाणी का सिद्धांत समझ के हिरदे च वसा लेना। भुलां नूं ना चितारदे होए प्यार नाल गज के आखो वाहिगुरू जी का खालसा, वाहिगुरू जी